ਕਿਰਪਾ ਕੀਤੀ ਹੈ। ਸੁਖਮਨੀ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ 'ਚੋਂ ਜੋ 22ਵੀਂ ਅਸ਼ਟਪਦੀ ਉਹਦੇ ਆਖਰੀ 2 ਪਦੇ ਆਪਾਂ ਸਾਂਝੇ ਕਰਨੇ ਨੇ। ਜਿੰਨੀ ਕੁ ਸਮੱਤ ਸਤਿਗੁਰੂ ਜੀ ਬਖਸ਼ਣਗੇ, ਆਓ ਆਪਾਂ ਵਿਚਾਰ ਨਾਲ ਜੁੜਨਾ ਕਰੀਏ। ਪਿਆਰ ਸ਼ਰਧਾ ਸਤਿਕਾਰ ਸਹਿਤ ਫਤਿਹ ਦੀ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਜੋ 7ਵੇਂ ਪਦੇ ਰਾਹੀਂ ਬਖਸ਼ਿਸ਼ ਕਰਦੇ ਨੇ, ਤਿਸਤੇ ਦੂਰ ਕਹਾਂ ਕੋ ਜਾਏ, ਅਕਾਲ ਪੁਰਖ ਤੋਂ ਕੋਈ ਦੂਰ ਵੱਖਰਾ ਕਿਵੇਂ ਹੋ ਸਕਦਾ ਹੈ? ਕਦਾਚਿਤ ਨਹੀਂ। ਹਾਂ ਠੀਕ ਹੈ, ਜੋ ਜਾਣ ਦਾ ਯਤਨ ਕਰਦਾ ਹੈ, ਕਿਉਂਕਿ ਰੱਬ ਦੀ ਇਹ ਕਾਇਨਾਤ ਇੱਕ ਸੈਲੀਬ੍ਰੇਸ਼ਨ ਹੈ ਜਿਹਨੂੰ ਆਪਾਂ ਉਤਸਵ ਕਹੀਏ। ਰੱਬ ਦਾ ਉਤਸਵ ਹੀ ਹੈ ਸਾਰੀ ਰਚਨਾ ਜਿੰਨੀ ਹੈ, ਕਿਉਂਕਿ ਕਰ ਆਸਨ ਡਿਠੋ ਚਾਓ, ਬੜੇ ਚਾਅ 'ਚ ਵਾਹਿਗੁਰੂ ਵਿੱਚ ਆਸਣ ਲਾ ਕੇ ਬੈਠਾ ਹੈ। ਬੜੇ ਚਾਅ ਦੇ ਵਿੱਚ ਵਾਹਿਗੁਰੂ ਆ ਜ਼ਿੰਦਗੀ ਦੀ ਖੇਡ ਨੂੰ ਖਿਡਾ ਰਿਹਾ ਸਭਨਾਂ ਕੋਲ। ਤੋ ਮਾਲਕ ਵਾਹਿਗੁਰੂ ਦੀ ਸਤਿਗੁਰੂ ਕਹਿੰਦੇ ਉਸ ਅਵਸਥਾ ਜਿਹੜੀ ਸਤ ਚਿੱਤ ਆਨੰਦ ਹੈ, ਜਿਨ੍ਹਾਂ ਨੇ ਕਬੂਲ ਕਰ ਲਿਆ ਉਹਨਾਂ ਦਾ ਜੀਵਨ ਵੀ ਉਤਸਵ ਹੈ। ਭਗਤਾਂ ਦਾ, ਗੁਰਮੁਖ ਪਿਆਰਿਆਂ ਦਾ ਜੀਵਨ, ਜਿਹਨੂੰ ਗੁਰੂ ਨਾਨਕ ਸਾਹਿਬ ਆਖਦੇ ਨੇ, ਨਾਨਕ ਭਗਤਾਂ ਸਦਾ ਵਿਗਾਸ। ਉਹ ਸਦਾ ਹੀ ਸੈਲੀਬ੍ਰੇਸ਼ਨ ਕਰਦੇ। ਕੁਝ ਵੀ ਜੀਵਨ 'ਚ ਵਰਤਿਆ, ਕਿਉਂਕਿ ਮਾਲਕ ਨੂੰ ਆਨੰਦ ਪਾਉਂਦਾ ਹੈ। ਉਦਾਸ ਨਿਰਾਸ਼ਤਾ ਉਹਦੇ ਦਰ 'ਤੇ ਸਾਨੂੰ ਪ੍ਰਵਾਨ ਨਹੀਂ ਕਰ ਸਕਦੀ, ਭਾਵੇਂ ਸਾਡੀ ਆਦਤ ਬਣ ਜਾਂਦੀ ਹੈ। ਉਦਾਸ, ਨਿਰਾਸ਼, ਚਿੰਤਾ ਤੁਰ ਰਹਿਣਾ, ਇਹਦਾ ਅਰਥ ਹੀ ਹੈ ਕਿਤੇ ਨਾ ਕਿਤੇ ਅਸੀਂ ਜਿਹੜਾ ਰੱਬ ਸਾਡੇ ਨਾਲ ਹੈ ਨਾ, ਉਹਦੇ ਨਾਲ ਸਹਿਮਤ ਨਹੀਂ ਹੈ। ਇੱਥੋਂ ਹੀ ਪੈਦਾ ਹੋਈ ਨਾ ਉਦਾਸੀ, ਚਿੰਤਾ ਤਾਂ ਹੀ ਪੈਦਾ ਹੋਈ। 2 ਚੀਜ਼ਾਂ ਨੇ ਸਾਡੇ ਕੋਲ। ਤਨ ਦਾ ਰੋਗ ਪੈਦਾ ਹੁੰਦਾ ਹੈ ਜਦੋਂ ਤਨ ਕਿਤੇ ਨਾ ਕਿਤੇ ਕੁਦਰਤ ਤੋਂ ਟੁੱਟ ਜਾਂਦਾ ਹੈ। 5 ਤੱਤਾਂ ਦੀ ਲੋੜ ਹੈ ਸਾਨੂੰ। ਤੋ ਜਦੋਂ ਤਨ ਕੁਦਰਤ ਤੋਂ ਕਿਤੇ ਨਾ ਕਿਤੇ ਟੁੱਟ ਜਾਂਦਾ ਹੈ, ਕੋਈ ਖੜੌਤ ਆ ਜਾਂਦੀ ਹੈ, ਉੱਥੇ ਤਨ ਬਿਮਾਰ ਹੋ ਜਾਂਦਾ ਹੈ। ਕੋਈ ਘਾਟ ਹੋ ਗਈ ਤੱਤ ਦੀ, ਤੇ ਮਨ ਉੱਥੇ ਦੁੱਖ ਪਾਉਂਦਾ ਹੈ ਜਦੋਂ ਉਸ ਕਰਤੇ ਨਾਲੋਂ ਟੁੱਟਦਾ ਹੈ, ਉਹਦੀ ਵਿਚਾਰ ਨਾਲੋਂ ਟੁੱਟਦਾ ਹੈ। ਤਾਂ ਕਰਕੇ ਜ਼ਿਆਦਾ ਆਪਾਂ ਤਨ ਕਰਕੇ ਰੋਗੀ ਹੋ ਗਏ, ਮਨ ਕਰਕੇ ਆਪਾਂ ਚਿੰਤਾ ਉਦਾਸ ਵਿੱਚ ਚਲੇ ਜਾਂਦੇ ਹਾਂ। ਉਹਦਾ ਕਾਰਨ ਹੀ ਕੋਈ ਹੈ। ਅੱਜ ਰੋਗ ਕਿਉਂ ਵੱਧ ਗਏ? ਭਾਵੇਂ ਵੈਕਸੀਨ ਆ ਗਈਆਂ, ਦਵਾਈਆਂ ਆ ਗਈਆਂ, ਡਾਕਟਰਾਂ ਕੋਲ ਡਿਗਰੀਆਂ ਨੇ, ਕਿਉਂਕਿ ਤਨ ਕੁਦਰਤ ਤੋਂ ਟੁੱਟਣ ਦਾ ਯਤਨ ਕਰ ਰਿਹਾ ਹੈ, ਖੜੌਤ ਆਈ ਹੈ, ਰੋਗ ਵਧਣਗੇ। ਮਨ ਉਹਦੀ ਯਾਦ ਤੋਂ ਟੁੱਟਦਾ ਹੈ, ਸੋਗ ਵਧਣਗੇ। ਤੇ ਰੱਬ ਨੂੰ ਭਾਉਂਦਾ ਹੀ ਉਹ ਹੈ ਜਿਹੜਾ ਖੇੜੇ 'ਚ ਹੈ, ਜਿਹੜਾ ਕਹਿ ਦਿੰਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਭਾਉਂਦਾ ਹੈ ਰੱਬ ਨੂੰ। ਮਾਲਕ ਨੂੰ ਭਾਉਂਦਾ ਜਿਹੜਾ ਤੱਤੀ ਤਵੀ 'ਤੇ ਵੀ ਬਹਿ ਕੇ ਕਹਿ ਰਿਹਾ ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਹਨੂੰ ਉਦਾਸੀ ਨਹੀਂ ਪਾਉਂਦੀ, ਕਿਉਂਕਿ ਉਹ ਤੇ ਖੇੜੇ ਆਨੰਦ ਦਾ ਸੋਮਾ ਹੈ ਮਾਲਕ ਵਾਹਿਗੁਰੂ ਕਾਲ ਪੁਰਖ। ਉਹ ਸਾਡੇ ਕਾਰਨ ਵਾਪਰਦਾ ਹੈ ਸਾਡੇ ਜੀਵਨ ਦੇ ਅੰਦਰ। ਤੋ ਸਾਹਿਬ ਕਹਿੰਦੇ ਜਿਹੜਾ ਬੜੇ ਆਨੰਦ ਵਿੱਚ, ਚਾਅ ਦੇ ਅੰਦਰ ਆਸਣ ਲਾ ਕੇ ਬੈਠਾ, ਸਭਨਾਂ ਵਿੱਚ ਮੌਜੂਦ ਹੈ, ਉਹਨੂੰ ਕਿਵੇਂ ਆਪਾਂ ਜ਼ਿੰਦਗੀ 'ਚੋਂ ਬਾਹਰ ਕੱਢ ਲਈਏ? ਕਿਵੇਂ ਉਹਦੇ ਤੋਂ ਬਿਨਾਂ ਸੰਸਾਰ ਕੁਦਰਤ ਸੰਭਵ ਹੋ ਸਕਦੀ ਹੈ? ਕਲਪਨਾ ਨਹੀਂ ਕੀਤੀ ਜਾ ਸਕਦੀ ਕਿ ਲੱਕੜ ਨਾ ਹੋਏ ਤੇ ਫਰਨੀਚਰ ਹੋਏ। ਕਲਪਨਾ ਨਹੀਂ ਕੀਤੀ ਜਾ ਸਕਦੀ ਪਾਣੀ ਨਾ ਹੋਏ ਤੇ ਲਹਿਰ ਹੋਏ।
ਕਲਪਨਾ ਨਹੀਂ ਕੀਤੀ ਜਾ ਸਕਦੀ। ਸੋਨਾ ਨਾ ਹੋਏ ਗਹਿਣਾ ਹੋ ਜਾਏ, ਨਹੀਂ। ਇਸੇ ਤਰ੍ਹਾਂ ਕਲਪਨਾ ਨਹੀਂ ਕੀਤੀ ਜਾ ਸਕਦੀ ਵੀ ਨਿਰੰਕਾਰ ਨਾ ਹੋਏ ਇਹ ਸੰਸਾਰ ਹੋਵੇ। ਉਹ ਪਹਿਲੋਂ ਹੈ ਸਭ ਤੋਂ, ਉਹਦੇ ਤੋਂ ਹੀ ਇਹ ਦੂਜੀ ਘਟਨਾ ਵਾਪਰੀ ਹੈ ਕੁਦਰਤ ਦੀ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਜਾਓ। ਗੁਰੂਦੇਵ ਕਹਿੰਦੇ ਦੁਈ ਕੁਦਰਤ ਹੈ, ਪਹਿਲੋਂ ਆਪੀ ਨੇ ਆਪ ਹੈ ਮਾਲਕ ਵਾਹਿਗੁਰੂ। ਇੰਨਾ ਕੁ ਘੁਲਿਆ ਮਿਲਿਆ ਹੈ, ਆਪਾਂ ਲੱਖ ਯਤਨ ਕਰੀਏ ਇਹਨੂੰ ਭੁਲਾਉਣ ਦਾ, ਪਰ ਸਾਹਿਬ ਕਹਿੰਦੇ ਜੀਵਨ ਚੋਂ ਕੱਢਿਆ ਨਹੀਂ ਜਾ ਸਕਦਾ। ਇਹ ਨਹੀਂ ਹੋ ਸਕਦਾ ਵੀ ਦੋ ਘਟਨਾਵਾਂ ਹੋ ਜਾਣ। ਦੋ ਘਟਨਾਵਾਂ ਨਹੀਂ ਹੈ, ਸੋਨੇ ਦਾ ਹੋਣਾ ਗਹਿਣੇ ਦਾ ਹੋਣਾ ਦੋ ਘਟਨਾਵਾਂ ਨਹੀਂ, ਇੱਕ ਹੀ ਹੈ। ਹਾਂ, ਪ੍ਰਤੀਤ ਹੁੰਦਾ ਵੀ ਸ਼ਾਇਦ ਦੋ ਹੋ ਗਏ, ਹੈ ਇੱਕੋ ਹੀ ਹੈ। ਬੂੰਦ ਦਾ ਹੋਣਾ ਸਾਗਰ ਦਾ ਹੋਣਾ ਦੋ ਵੱਖਰੀਆਂ ਘਟਨਾਵਾਂ ਨਹੀਂ ਹੈ, ਇੱਕੋ ਹੀ ਹੈ। ਠੀਕ ਹੈ, ਕੋਈ ਬਾਹਰੀ ਦੂਰੀ ਪੈ ਗਈ ਹੋਏਗੀ, ਪਰ ਗੁਣਾ ਕਰਕੇ ਕੋਈ ਦੂਰੀ ਨਹੀਂ ਹੈ। ਕੁਆਂਟੀਟੀ ਦਾ ਫਰਕ ਪੈ ਗਿਆ ਹੋਏਗਾ, ਸਮੁੰਦਰ 'ਚ ਬਹੁਤ ਜ਼ਿਆਦਾ ਪਾਣੀ ਹੈ, ਬੂੰਦ ਬਹੁਤ ਥੋੜੀ। ਕੁਆਲਿਟੀ ਦਾ ਫਰਕ ਨਹੀਂ, ਗੁਣਾ ਦਾ ਫਰਕ ਨਹੀਂ ਹੈ, ਤੱਤਾਂ ਦਾ ਫਰਕ ਨਹੀਂ ਹੈ। ਗੁਰਦੇਵ ਕਹਿੰਦੇ ਬੜੇ ਸਾਧਨ ਹੋਣਗੇ ਸਾਡੇ ਕੋਲ ਰੱਬ ਨੂੰ ਭੁਲਾਉਣ ਦੇ, ਬੜੇ ਨੇ, ਬੰਦਾ ਉਲਝਦਾ ਹੈ, ਪਰ ਮੇਰੇ ਸਾਹਿਬ ਕਹਿੰਦੇ ਨੂੰ ਜੀਵਨ 'ਚੋਂ ਕੱਢਿਆ ਨਹੀਂ ਜਾ ਸਕਦਾ ਕਿਸੇ ਵੀ ਰੂਪ ਦੇ ਅੰਦਰ। ਲੱਖ ਮਨੁੱਖ ਯਤਨ ਕਰੇ, ਤਿਸਤੇ ਦੂਰ ਕਹਾਂ ਕੋ ਜਾਏ। ਗੁਰਦੇਵ ਸਾਹਿਬ ਕਹਿੰਦੇ ਉਹਦੇ ਤੋਂ ਦੂਰ ਵੱਖਰਾ ਅਲੱਗ ਕੋਈ ਕਿਵੇਂ ਹੋ ਸਕਦਾ ਹੈ। ਉਬਰੈ ਰਾਖਣ ਹਾਰ ਧਿਆਏ, ਜਿਨ੍ਹਾਂ ਨੇ ਧਿਆਇਆ ਮਾਲਕ ਨੂੰ ਉਭਰ ਗਏ। ਬਹੁਤ ਉੱਪਰ ਉੱਠ ਗਈ ਉਹਨਾਂ ਦੀ ਸੁਰਤ ਸੰਸਾਰ ਦੇ ਵਿੱਚ। ਉੱਥੇ ਮਾਇਆ ਨਹੀਂ ਵਿਆਪੀ ਜਿੱਥੇ ਆਪਾਂ ਕਵਾਂਗੇ। ਤਿੰਨ ਸ਼ਬਦ ਨੇ ਮੈਂ ਬੇਨਤੀ ਕਰਾਂ। ਇੱਕ ਹੁੰਦਾ ਪੈਸਾ, ਇੱਕ ਹੁੰਦੀ ਹੈ ਦੌਲਤ, ਇੱਕ ਹੁੰਦੀ ਹੈ ਮਾਇਆ। ਪੈਸਾ ਉਹ ਹੈ ਜੋ ਆਪਾਂ ਖਰਚਦੇ ਹਾਂ, ਲੋੜ ਹੈ। ਦੌਲਤ ਸਾਡੀ ਉਹ ਹੁੰਦੀ ਜੋ ਆਪਾਂ ਇਕੱਠੀ ਕੀਤੀ ਹੈ, ਤਿਜੋਰੀਆਂ ਨੇ, ਜ਼ਮੀਨਾਂ ਨੇ, ਕੁਝ ਵੀ ਹੋਏ, ਉਹਨੂੰ ਦੌਲਤ ਜੋ ਸਾਡੇ ਕੋਲ ਇਕੱਠਾ ਕੀਤਾ ਹੋਇਆ। ਚਲੋ ਮਾੜਾ ਨਹੀਂ ਹੈ ਇੱਥੋਂ ਤੱਕ। ਮਾਇਆ ਉਹ ਹੈ ਵੀ ਜਿਹਦੇ ਨਾਲ ਸਾਡਾ ਮਨ ਲੱਗਾ ਹੋਇਆ, ਜੋ ਮਨ ਨੇ ਪਕੜਿਆ, ਉਹ ਮਾਇਆ ਹੈ। ਉਹ ਕੋਈ ਵੀ ਹੋ ਸਕਦਾ। ਮਾਇਆ ਦਾ ਪ੍ਰਭਾਵ ਬੜਾ ਸੂਖਸ਼ਮ ਹੈ, ਦੌਲਤ ਦਾ ਨਹੀਂ, ਨਾ ਕੋਈ ਗੱਲ ਨਹੀਂ, ਪੈਸੇ ਦੀ ਕੋਈ ਗੱਲ ਨਹੀਂ। ਵਰਤੀਏ, ਗੁਰੂ ਨਾਨਕ ਸਾਹਿਬ ਨੇ ਵੀ ਪੈਸਾ ਕਮਾਇਆ ਹੀ ਹੈ। ਪਿਤਾ ਪੁੱਛਦੇ ਨੇ, ਆਏ ਸੁਲਤਾਨਪੁਰ ਦੀ ਧਰਤੀ ਤੇ, ਤੋ ਪਿਤਾ ਨੇ ਪੁੱਛਿਆ ਸੀ, ਪੁੱਤਰ ਕਿੱਥੇ ਹੈ ਧਨ ਪੈਸਾ? ਬੜਾ ਵੱਡਾ ਤੁਹਾਡੇ ਕੋਲ ਅਹੁਦਾ ਹੈ। ਕਿਉਂਕਿ ਉਸ ਸਮੇਂ ਅਨਾਜ ਟੈਕਸ ਰੂਪ ਅੰਦਰ ਲਿਆ ਜਾਂਦਾ ਸੀ, ਕਿਉਂਕਿ ਜਿਹੜੇ ਕਿਸਾਨ ਸੀ ਜਾਂ ਜੋ ਵੀ ਸੀ, ਉਹ ਜਿਣਸ ਰੂਪ ਦੇ ਅੰਦਰ ਇਕੱਠਾ ਕੀਤਾ ਜਾਂਦਾ ਸੀ, ਤੇ ਅੱਗੇ ਉਹਨੂੰ ਜਿਣਸ ਰੂਪ ਦੇ 'ਚ ਹੀ ਵੰਡਿਆ ਜਾਂਦਾ ਸੀ। ਕੋਈ ਨੌਕਰੀ ਕਰਦਾ ਸੀ ਬਾਦਸ਼ਾਹ ਕੋਲ, ਕੋਈ ਹੋਰ ਸੀ, ਤੇ ਉਹ ਜਿਣਸ ਰੂਪ ਅੰਦਰ ਹੀ ਦਿੱਤਾ ਜਾਂਦਾ ਸੀ। ਤੋ ਜਿਹਦਾ ਸਭ ਦਾ ਕੰਟਰੋਲ ਗੁਰੂ ਨਾਨਕ ਸਾਹਿਬ ਦੇ ਹੱਥ ਸੀ। ਤੋ ਪਿਤਾ ਨੇ ਪੁੱਛਿਆ ਸੀ, ਪੁੱਤਰ ਕਿੱਥੇ ਹੈ ਪੈਸਾ? ਬੜਾ ਹੁੰਦਾ ਤੇਰੇ ਕੋਲ, ਬੜੇ ਵੱਡੇ ਅਹੁਦੇ ਤੇ ਹੋ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਪਿਤਾ ਜੀ ਆਉਂਦਾ ਹੈ ਇੱਕ ਹੱਥ, ਮਮ ਕਰ ਥਿਰਤਾ ਨਾਹੇ, ਇੱਕ ਕਰ ਆਵਤ ਹੈ ਦੂਏ ਕਰ ਜਾਏ। ਗੁਰੂ ਨਾਨਕ ਸਾਹਿਬ ਕਹਿੰਦੇ ਪਿਤਾ ਜੀ ਇੱਕ ਹੱਥੋਂ ਆਉਂਦਾ ਹੈ, ਦੂਜੇ ਹੱਥੋਂ ਚਲਾ ਜਾਂਦਾ ਹੈ। ਇਹਨੂੰ ਕਿਹਾ ਜਾਂਦਾ ਹੈ ਗੁਜ਼ਰਾਨ, ਇਹਨੂੰ ਕਿਹਾ ਜਾਂਦਾ ਹੈ ਪੈਸਾ। ਮੈਂ ਬੇਨਤੀ, ਮਾੜਾ ਨਹੀਂ। ਪੈਸਾ ਹੈ ਜੋ ਆਪਾਂ ਵਰਤਦੇ ਹਾਂ, ਖਰਚਦੇ ਹਾਂ। ਦੌਲਤ ਉਹ ਹੈ ਜੋ ਆਪਾਂ ਇਕੱਠਾ ਕੀਤਾ ਹੈ। ਮਾਇਆ ਉਹ ਹੈ ਜਿੱਥੇ ਸਾਡਾ ਮਨ ਲੱਗਾ ਹੋਇਆ। ਉਹ ਬੜਾ ਖਤਰਨਾਕ ਵਿਸ਼ਾ ਹੈ।
ਉਹ ਮਨ ਦਾ ਵਿਸ਼ਾ ਹੈ। ਚਲੋ ਦੌਲਤ ਪੈਸਾ ਧਨ ਸੰਸਾਰ ਦਾ ਵਿਸ਼ਾ ਹੋਏਗਾ, ਪਰ ਮਾਇਆ ਮਨ ਦਾ ਵਿਸ਼ਾ ਹੈ। ਤੋ ਮਨ ਕਰਕੇ ਸਭ ਮਾਇਆ ਬਣ ਜਾਂਦਾ ਹੈ। ਕਦੋਂ? ਜਦੋਂ ਮਨ ਵਿੱਚ ਉਸ ਦਾਤੇ ਦੀ ਗੈਰ ਹਾਜ਼ਰੀ ਹੋ ਜਾਏ, ਉਹਦੀ ਯਾਦ ਹੀ ਭੁੱਲ ਜਾਏ, ਉਹਦਾ ਖਿਆਲ ਹੀ ਨਾ ਆਏ, ਉਦੋਂ ਸਭ ਮਾਇਆ। ਭਾਵੇਂ ਸੁੱਕੀ ਰੋਟੀ ਖਾ ਰਿਹਾ ਉਹ ਵੀ ਮਾਇਆ, ਭਾਵੇਂ ਕੋਈ ਝੁੱਗੀ 'ਚ ਰਹਿ ਰਿਹਾ ਉਹ ਵੀ ਮਾਇਆ ਬਣ ਜਾਣਾ। ਤੋ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਉੱਭਰਦੇ ਨੇ ਬਹੁਤ। ਉੱਭਰਨ ਦਾ ਅਰਥ ਹੈ ਸੁਰਤ ਦਾ ਉੱਚਾ ਹੋ ਜਾਣਾ। ਉਹਨਾਂ ਕੋਲ ਠੀਕ ਹੈ ਪੈਸਾ ਵੀ ਹੋਏਗਾ, ਦੌਲਤ ਵੀ ਹੋਏਗੀ, ਪਰ ਉਹਨਾਂ ਕੋਲ ਮਾਇਆ ਨਹੀਂ ਹੋਏਗੀ। ਉਹ ਵੱਖਰਾ ਰੂਪ ਹੈ ਉਹਦਾ। ਰੱਬ ਦੇ ਪਿਆਰਿਆਂ ਕੋਲ ਧਨ ਸੀ, ਜ਼ਮੀਨਾਂ ਸੀ, ਕਾਰੋਬਾਰ ਸੀ, ਪਰ ਮਾਇਆ ਨਹੀਂ ਸੀ। ਤੇ ਸਾਡੇ ਕੋਲ ਹੁੰਦੀ ਹੈ, ਮੇਰੇ ਵਰਗਿਆਂ ਕੋਲ ਜ਼ਿਆਦਾ ਹੁੰਦੀ ਹੈ। ਉਹ ਜ਼ਿਆਦਾ ਖਚਤ ਹੋ ਗਏ, ਜ਼ਿਆਦਾ ਧਿਆਨ ਉੱਧਰ ਪਾਸੇ ਚਲਾ ਗਿਆ। ਸਭ ਪਾਸੇ ਵਿਆਪੀ ਹੈ। ਤਾਂ ਹੀ ਸਾਹਿਬ ਜੀ ਨੇ ਆਖਿਆ, ਸਤਿਗੁਰ ਕਹਿਣ ਲੱਗੇ, ਅਛਲ ਛਲਾਈ ਨਾ ਛਲੈ, ਨਾ ਘਾਉ ਕਟਾਰਾ ਕਰ ਸਕੇ। ਆ ਸ਼੍ਰੀ ਰਾਗ ਦਾ ਬੋਲ ਆਉਂਦਾ ਹੈ ਗੁਰੂ ਨਾਨਕ ਸਾਹਿਬ। ਗੁਰਦੇਵ ਜੀ ਕਹਿੰਦੇ ਬੜੀ ਅਛਲ ਹੈ, ਨਾ ਘਾਉ ਕਟਾਰਾ ਕਰ ਸਕੇ। ਇਹਨੂੰ ਕੋਈ ਤਲਵਾਰ ਨਾਲ ਜ਼ੋਰ ਨਾਲ ਨਹੀਂ ਤੋੜ ਸਕਦਾ ਵੀ ਕੱਟ ਦੇ। ਇਹਨੂੰ ਕੋਈ ਆਪਣੀ ਸਾਧਨਾ ਨਾਲ ਵੀ ਨਹੀਂ ਕਹਿ ਸਕਦਾ ਮੈਂ ਮਾਇਆ ਤੋਂ ਬਚ ਗਿਆ ਛੱਡ ਕੇ। ਇਹ ਤੇ ਰੱਬ ਦੀ ਮਾਇਆ ਵਰਤੇ, ਉਹਦੀ ਕਿਰਪਾ ਵਰਤੇ। ਆ ਸੰਸਾਰ ਦੇ ਉਦਮ ਦੇ ਵਿੱਚ ਵਰਤਦਿਆਂ ਹੀ ਉਹਦੀ ਯਾਦ ਬਣੀ ਹੈ। ਇਹ ਤੇ ਉਹਦੀ ਮਾਇਆ ਦੇ ਵਿੱਚੋਂ ਮਾਇਆ ਤੋਂ ਬਚਿਆ ਜਾ ਸਕਦਾ। ਮਾਇਆ ਦਾ ਅਰਥ ਹੈ ਕਿਰਪਾ। ਜਿਉਂ ਸਾਹਿਬ ਰਾਖੈ ਤਿਉਂ ਰਹੀ ਹੈ, ਇਸ ਲੋਭੀ ਕਾ ਜੀਓ ਟਲ ਪਲ ਹੈ। ਗੁਰਦੇਵ ਕਹਿੰਦੇ ਤਾਂ ਬਚੇਗਾ ਜੇ ਉਹਦੀ ਰਜਾ 'ਚ ਰਹੇਗਾ, ਨਹੀਂ ਤੇ ਇਹਨੇ ਮਨ ਨੂੰ ਨਹੀਂ ਛੱਡਣਾ ਕਦੇ ਵੀ। ਤਾਂ ਹੀ ਉਦਾਸੀਆਂ ਨੇ ਮਨ 'ਚ, ਸਾਡੇ ਦੁੱਖ ਨੇ, ਚਿੰਤਾਵਾਂ ਨੇ। ਕੋਈ ਉਤਸਵ ਨਹੀਂ ਰਿਹਾ ਜੀਵਨ 'ਚ। ਬਾਹਰੋਂ ਭਾਵੇਂ ਫੁੱਲ ਬੂਟੇ ਲਾ ਲੈਂਦੇ ਆਪਾਂ, ਵਿਖਾਵਾ ਕਰਨਾ ਹੁੰਦਾ ਵੀ ਬੜੇ ਖੁਸ਼ ਹਾਂ, ਪਰ ਮਨ 'ਚ ਵਿਰਾਨਗੀ ਹੁੰਦੀ ਹੈ। ਬਹੁਤ ਵਾਰ ਬਹੁਤ ਗਹਿਰੀ ਉਦਾਸੀ ਹੁੰਦੀ ਹੈ। ਉਹਦਾ ਕਾਰਨ ਹੀ ਹੈ ਮਨ ਟੁੱਟਿਆ ਹੋਇਆ ਆਪਣੇ ਅਸਲੇ ਤੋਂ, ਉਹਦੀ ਯਾਦ ਤੋਂ। ਤੇ ਸਾਹਿਬ ਕਹਿੰਦੇ ਜਿਹੜਾ ਜੁੜਿਆ ਉਭਰੈ ਰਾਖਣ ਹਾਰ ਤੇ ਆਏ। ਉਭਰੇ ਦਾ ਅਰਥ ਹੈ ਬਚ ਜਾਣਾ, ਉਭਰੇ ਦਾ ਅਰਥ ਹੈ ਸੁਰਤ ਦਾ ਉੱਪਰ ਹੋ ਜਾਣਾ। ਰਾਖਣ ਹਾਰ ਤੇ ਆਏ, ਜਿਨ੍ਹਾਂ ਨੇ ਧਿਆਇਆ ਰੱਖਣ ਹਾਰ ਮਾਲਕ ਨੂੰ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਨਿਰਭਉ ਜਪੈ, ਜਿਸ ਨੇ ਜਪਿਆ ਹੈ ਨਿਰਭਉ ਨੂੰ, ਜਿਹੜਾ ਕਿਸੇ ਭੈ 'ਚ ਨਹੀਂ ਵਰਤਦਾ। ਜਿੱਥੇ ਕੋਈ ਸਮੇਂ ਸਥਾਨ ਦਾ ਬੰਧਨ ਨਹੀਂ ਵਰਤਦਾ। ਨਿਰਭਉ ਹੈ ਕਿਉਂਕਿ ਉਹਦੀ ਹੋਂਦ ਮਿਟਣ ਦਾ, ਹਟਣ ਦਾ ਕੋਈ ਸੰਭਾਵਨਾ ਨਹੀਂ ਹੈ। ਅਸੀਂ ਡਰਦੇ ਹਾਂ ਹੋਂਦ ਦਾ ਛੁੱਟ ਜਾਣਾ। ਡਰਾਂ ਵਿੱਚੋਂ ਮੌਤ ਦਾ ਸਭ ਤੋਂ ਵੱਡਾ ਡਰ ਹੈ, ਕਿਉਂਕਿ ਮੌਤ ਸਾਡੀ ਹੋਂਦ ਮਿਟਾਉਂਦੀ ਹੈ। ਅਸੀਂ ਨਹੀਂ ਚਾਹੁੰਦੇ ਸਾਡੀ ਹੋਂਦ ਮਿਟ ਜਾਏ। ਕਾਰਨ ਇੱਕੋ ਹੀ ਹੈ, ਮਨੁੱਖ ਹਰੇਕ ਉਸ ਚੀਜ਼ ਤੋਂ ਸੰਬੰਧ ਤੋੜਦਾ ਹੈ ਜਿਹੜੀ ਮੌਤ ਵੀ ਚੇਤੇ ਕਰਾਉਂਦੀ ਹੈ। ਰੋਗ ਦਾ ਸੰਬੰਧ ਤੋੜਨਾ ਚਾਹੁੰਦਾ ਹੈ ਮਨੁੱਖ, ਕਿਉਂਕਿ ਰੋਗ ਦੀ ਬੁੱਕਲ ਦੇ ਵਿੱਚ ਮੌਤ ਛੁਪੀ ਹੁੰਦੀ ਹੈ। ਕਿਉਂਕਿ ਡਰ ਹੈ ਮੇਰੀ ਹੋਂਦ ਮਿਟ ਜਾਣੀ ਹੈ। ਰੱਬ ਦੇ ਪਿਆਰਿਆਂ ਨੂੰ ਭੈ ਪ੍ਰਤੀਤ ਨਹੀਂ ਹੋਇਆ। ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੂੰ ਤਾਂ ਹਰ ਕੈ ਦੁਆਰ। ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਕਬੀਰ ਨਾ ਮੋਹਿ ਛਾਨ ਨਾ ਛਾਪਰੀ, ਨਾ ਮੋਹਿ ਕਰਨੀ ਗਾਉ। ਕਿਉਂ ਕਿਹਾ ਉਹਨਾਂ ਨੇ? ਕਿਉਂਕਿ ਨਿਰਭਉ ਨੂੰ ਜਪ ਜਪ ਕੇ ਪਤਾ ਲੱਗ ਗਿਆ ਵੀ ਹੁਣ ਕਾਲ ਸਾਡੀ ਹੋਂਦ ਨਹੀਂ ਮਿਟਾ ਸਕਦਾ। ਕਾਲ ਦੀ ਤਾਕਤ ਨਹੀਂ ਹੈ, ਜ਼ਰੂਰਤ ਨਹੀਂ ਹੈ ਉਹ ਹੋਂਦ ਮਿਟਾ ਦੇ। ਆਪਾਂ ਸਦਾ ਹੀ ਸਮਾਜ ਯਾਦ ਕਰਦਾ ਰਹੇਗਾ ਉਹਨਾਂ ਦੀਆਂ ਵਡਿਆਈਆਂ, ਨਾਮ, ਹੋਂਦ ਰਹੇਗੀ ਸੰਸਾਰ ਦੇ ਵਿੱਚ ਸਦੀਵੀ ਵਾਸਤੇ। ਤੋ ਸਾਹਿਬ ਆਖਦੇ ਨੇ
ਨਿਰਭਉ ਜਪੈ ਸਗਲ ਭਉ ਮਿਟੈ। ਜਿਨ੍ਹਾਂ ਨੇ ਨਿਰਭਉ ਨੂੰ ਜਪਿਆ, ਫਿਰ ਉਹਨਾਂ ਨੇ ਕਹਿ ਦਿੱਤਾ ਇਹ ਡਰਨ ਕਹਾਂ ਤੇ ਆਇਆ। ਵੀ ਡਰ ਕੀ ਹੈ, ਇਹਦੀ ਕੀ ਲੋੜ ਹੈ ਜੀਵਨ ਦੇ ਅੰਦਰ। ਜੇ ਮਾਲਕ ਵਾਹਿਗੁਰੂ ਸਭ ਕੁਝ ਤੂੰ ਕਰਨ ਕਰਾਉਣ ਵਾਲਾ ਹੈ, ਭਰੋਸਾ ਹੈ ਨਾ, ਇਹ ਨਿਰਭੈਤਾ ਬਣਦੀ ਭਰੋਸੇ 'ਚੋਂ। ਆਪਾਂ ਜਹਾਜ਼ 'ਚ ਬਹਿ ਜਾਂਦੇ, ਪਾਇਲਟ ਨੂੰ ਜਾ ਕੇ ਪੁੱਛਦੇ ਨਹੀਂ ਵੀ ਤੂੰ ਚਲਾ ਵੀ ਲਏਗਾ ਕਿ ਨਹੀਂ ਲਏਗਾ। ਸਾਨੂੰ ਦੂਜੀ ਕੰਟਰੀ ਅਸੀਂ ਨਹੀਂ ਪੁੱਛਦੇ ਕਦੇ ਵੀ। ਬੱਸ 'ਚ ਬੈਠਦੇ ਹਾਂ, ਕਦੇ ਡਰਾਈਵਰ ਨੂੰ ਜਾ ਕੇ ਨਹੀਂ ਪੁੱਛਿਆ ਵੀ ਤੁਸੀਂ ਪਹੁੰਚਾ ਦੋਗੇ ਸ੍ਰੀ ਅੰਮ੍ਰਿਤਸਰ ਸਾਹਿਬ। ਪਰ ਜਦੋਂ ਸਵਾਲ ਪੈਦਾ ਹੁੰਦੇ ਨੇ ਗੁਰੂ ਰੱਬ ਪ੍ਰਤੀ, ਸ਼ਾਇਦ ਰੱਬ ਦੇਏਗਾ ਕਿ ਨਹੀਂ, ਪਾਲੇਗਾ ਕਿ ਨਹੀਂ, ਕਿਉਂ ਨਹੀਂ ਭਰੋਸਾ ਬਣਦਾ? ਭਰੋਸੇ ਦੇ ਵਿੱਚੋਂ ਹੀ ਨਿਰਭੈਤਾ ਪੈਦਾ ਹੋਏਗੀ ਨਾ। ਜੇ ਭਰੋਸਾ ਨਹੀਂ, ਨਿਰਭੈਤਾ ਵੀ ਨਹੀਂ ਹੈ ਜੀਵਨ ਦੇ ਅੰਦਰ। ਜਿਨੇ ਇਹ ਭਰੋਸਾ ਬਣਾਇਆ ਨਹੀਂ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਉਹਦੇ ਅੰਦਰੋਂ ਚਿੰਤਾ ਕਿੱਥੋਂ ਜਾਏਗੀ? ਨਹੀਂ ਮਿਟ ਸਕਦੀ। ਭਰੋਸੇ ਦੇ ਵਿੱਚੋਂ ਹੀ ਨਿਰਭੈਤਾ ਪੈਦਾ, ਪੂਰਨ ਭਰੋਸਾ ਰੱਬ ਦੇ ਪਿਆਰਿਆਂ ਨੂੰ। ਮਾਲਕ ਜੋ ਤੂੰ ਕਰੇਗਾ ਠੀਕ ਹੈ। ਜਦੋਂ ਸਾਰੀਆਂ ਸਵਾਰੀਆਂ ਹੀ ਡਰਾਈਵਰ ਬਣਨ ਦਾ ਯਤਨ ਕਰੇ ਫਿਰ ਬੜਾ ਮੁਸ਼ਕਲ। ਜਦੋਂ ਆਪਾਂ ਹੀ ਸਾਰੇ ਮਾਲਕ ਬਣਦੇ ਹਾਂ ਵੀ ਕੋਈ ਗੱਲ ਨਹੀਂ, ਪਰੇ ਹੋ ਪਰਮਾਤਮਾ, ਤੂੰ ਇੱਦਾਂ ਨਹੀਂ ਇੱਦਾਂ ਕਰ ਦੇ, ਇਵੇਂ ਨਾ ਕਰੀ, ਇਵੇਂ ਕਰਦੀ। ਜੇ ਸਾਰੇ ਪਾਇਲਟ ਨੂੰ ਮੱਤਾ ਦੇਣ ਲੱਗ ਪਏ, ਉਹ ਫਿਰ ਕਹੇਗਾ ਵੀ ਤੁਸੀਂ ਚਲਾ ਲਓ। ਫਿਰ ਪਰਮਾਤਮਾ ਵੀ ਫਿਰ ਕਹਿ ਦਿੰਦਾ ਕੋਈ ਗੱਲ ਨਹੀਂ, ਫਿਰ ਤੂੰ ਜੀ ਸਿਆਣਾ ਹੋ ਗਿਆ, ਕੋਈ ਗੱਲ ਨਹੀਂ, ਹੁਣ ਲੱਗਦਾ ਮੈਨੂੰ ਤੈਨੂੰ ਲੋੜ ਨਹੀਂ ਹੈ ਮੇਰੀ। ਫਿਰ ਉੱਥੇ ਕਿੰਨਾ ਕੁਝ ਵਾਪਰਦਾ, ਜਿੰਨੇ ਦੁਖਾਂਤ, ਜਿੰਨੇ ਦੁੱਖ, ਜੋ ਮੈਂ ਪਹਿਲਾਂ ਬੇਨਤੀ ਕੀਤੀ ਹੈ। ਤਨ ਕੁਦਰਤ ਦੀ ਮਰਿਆਦਾ ਨੂੰ ਤੋੜਦਾ, ਭੰਗ ਕਰਦਾ ਹੈ ਤੇ ਰੋਗੀ ਹੋ ਜਾਂਦਾ ਹੈ। ਮਨ ਉਹਦੇ ਤੋਂ ਦੂਰੀ ਪੈਦਾ ਕਰਦਾ, ਸੋਗੀ ਹੋ ਜਾਂਦਾ ਹੈ। ਦੋ ਕਾਰਨ ਉਸ ਜੀਵਨ 'ਚ ਫਿਰ ਖੇੜਾ, ਉਤਸਵ, ਆਨੰਦ ਨਹੀਂ ਰਹਿ ਜਾਣਾ। ਉਹ ਸਵੇਰੇ ਸਵੇਰੇ ਉੱਠਦਿਆਂ ਹੀ ਸਾਡੇ ਮੂੰਹ ਬਣ ਜਾਂਦੇ ਨੇ, ਬਸ ਹੋਰ ਕੁਝ ਵੀ ਨਹੀਂ। ਸ਼ਾਮ ਤੱਕ ਸਾਰੀ ਜ਼ਿੰਦਗੀ ਲੰਘ ਜਾਂਦੀ। ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾਂ ਕਰਤਾਰ। ਗੁਰੂ ਨਾਨਕ ਸਾਹਿਬ ਕਹਿੰਦੇ, ਭਾਵੇਂ ਸ਼ਬਦ ਸਤਿਗੁਰ ਨੇ ਉੱਤਮ ਪੁਰਖ ਦੇ ਵਿੱਚ ਉਚਾਰਨ ਕੀਤਾ ਹੈ, ਪਰ ਗੱਲ ਸਾਡੀ ਹੈ। ਸਾਹਿਬ ਕਹਿੰਦੇ ਸਾਰਾ ਹੀ ਜੀਵਨ ਸਾਂਸੀਆਂ ਵਰਗਾ ਬਣਿਆ। ਧਾਨਕ ਕਹਿੰਦੇ ਨੇ ਸਾਂਸੀ ਨੂੰ, ਉਹ ਜਿਹੜਾ ਸਵੇਰ ਤੜਕੇ ਉੱਠਦੇ ਹੀ ਰੱਸੀ ਫੜ ਲਈ, ਇੱਕ ਛੁਰਾ ਫੜ ਲਿਆ, ਕੋਈ ਜਾਨਵਰ ਮਿਲਿਆ ਉਹ ਬੰਨ੍ਹ ਲਿਆ ਰੱਸੀ ਨਾਲ, ਕਿਸੇ ਨੂੰ ਛੁਰੇ ਨਾਲ ਵੱਢ ਲਿਆ, ਉਹ ਨਹੀਂ ਬਖਸ਼ਦਾ ਕਿਸੇ ਨੂੰ। ਸਾਂਸੀ ਨਹੀਂ ਬਖਸ਼ਦਾ ਕਿਸੇ ਨੂੰ। ਉਹ ਕੋਈ ਜਾਨਵਰ, ਪੰਛੀ ਆਇਆ ਫੜ ਲਿਆ, ਸੱਪ ਤੱਕ ਪਕੜ ਲਿਆ। ਗੁਰਦੇਵ ਕਹਿੰਦੇ ਬੰਦਾ ਵੀ ਇਸੇ ਤਰ੍ਹਾਂ ਬਣਿਆ, ਛੱਡਦਾ ਨਹੀਂ ਕਿਸੇ ਨੂੰ ਮੌਕਾ ਮਿਲਣ ਨਹੀਂ ਦੇ ਰਿਹਾ। ਜਿੱਥੇ ਹੱਥ ਵੱਜਾ ਠੱਗੀ ਲਾ ਲਈ, ਲੋਭ ਬਣਾ ਲਿਆ, ਕਾਮੀ ਹੋ ਗਿਆ, ਕ੍ਰੋਧੀ ਹੋ ਗਿਆ। ਤੋ ਧਾਨਕ ਰੂਪ ਰਹਾਂ ਕਰਤਾਰ। ਗੁਰਦੇਵ ਜੀ ਕਹਿੰਦੇ ਵਾਹਿਗੁਰੂ ਇਹ ਰੂਪ ਹੈ, ਸਾਰੀ ਜ਼ਿੰਦਗੀ ਲੰਘ ਜਾਂਦੀ। ਫਿਰ ਉਹ ਕਿਵੇਂ ਕਹੀਏ ਵੀ ਰੱਬ ਮਿਲ ਜਾਏ, ਉਹਦੀ ਬਰਕਤ ਵਰਤ ਜਾਏ, ਕਿਵੇਂ ਕਹੀਏ ਵੀ ਉਹਦੀ ਯਾਦ ਵਰਤ ਜਾਏ। ਸਾਹਿਬ ਕਹਿੰਦੇ ਨਹੀਂ ਸੰਭਾਵਨਾ ਹੋ ਸਕਦੀ ਕਦੇ ਵੀ। ਸੋ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕੋਈ ਦਾਤ ਹੈ ਜਿਹਦਾ ਭਰੋਸਾ ਆ ਗਿਆ, ਉਹਦੀ ਮੌਜੂਦਗੀ ਆ ਗਈ। ਭਰੋਸੇ ਦਾ ਅਰਥ ਹੀ ਉਹਦੀ ਮੌਜੂਦਗੀ, ਵੀ ਤੂੰ ਹੈ। ਬੱਚਿਆਂ ਨੂੰ ਭਰੋਸਾ ਹੁੰਦਾ ਹੈ ਵੀ ਮਾਂ ਪਿਓ ਹੈਗੇ ਨੇ, ਕੋਈ ਨਹੀਂ, ਚਿੰਤਾ ਥੋੜ੍ਹਾ ਕਰਦੇ। ਬਿਜ਼ਨਸ ਦੀ ਚਿੰਤਾ ਮਾਂ ਪਿਓ ਨੂੰ ਹੋਏਗੀ, ਬੱਚਿਆਂ ਨੂੰ ਨਹੀਂ ਹੁੰਦੀ। ਭਰੋਸਾ ਹੈ ਵੀ ਹੈ, ਸਿਰ 'ਤੇ ਸਮਝਾਉਣਗੇ, ਸਿਆਣੇ ਨੇ, ਐਕਸਪੀਰੀਅੰਸ ਜ਼ਿਆਦਾ ਹੈ ਉਹਨਾਂ ਕੋਲ, ਉੱਥੇ ਚਿੰਤਾ ਨਹੀਂ ਵਾਪਰਦੀ। ਜਿਹਦੇ ਜੀਵਨ 'ਚ ਭਰੋਸਾ ਹੈ ਵਾਹਿਗੁਰੂ ਤੂੰ ਹੈ, ਤੂੰ ਰਹੇਗਾ, ਤੂੰ ਪ੍ਰਤਪਾਲਕ ਹੈ, ਵਾਹਿਗੁਰੂ ਤੂੰ ਰਿਜ਼ਕ ਦੇਣ ਵਾਲਾ ਹੈ, ਵਾਹਿਗੁਰੂ ਤੂੰ ਹਾਜ਼ਰ ਨਾਜ਼ਰ ਹੈ ਮੇਰੇ ਜੀਵਨ ਦੇ ਅੰਦਰ,
ਉੱਥੇ ਕਿੱਡੀ ਵੱਡੀ ਅਡੋਲਤਾ ਵਰਤਦੀ ਹੈ, ਜਿਹਨੂੰ ਸਾਹਿਬ ਨੇ ਕਿਹਾ ਨਿਰਭਉ ਹੋ ਜਾਣਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਇਹਨਾਂ ਬਲਾਵਾਂ ਤੋਂ, ਬੰਧਨਾਂ ਤੋਂ ਪ੍ਰਾਣੀ ਛੁੱਟ ਜਾਂਦਾ ਹੈ। ਕੋਈ ਵਿਰਲਾ ਬਚਿਆ ਹੁੰਦਾ ਹੈ ਉਸ ਆਪਦਾਵਾਂ ਤੋਂ ਜਿਹੜੀਆਂ ਦਿਸਦੀਆਂ ਨਹੀਂ। ਬਹੁਤ ਬਰੀਕ ਹੈ ਜਿਹੜੀ ਅੰਦਰ ਦੇਹੀ ਹੈ ਨਾ। ਬਾਣੀ ਕਹਿੰਦੀ ਦੇਹੀ ਗੁਪਤ ਬਦੇਹੀ ਦਿਸੇ। ਆ ਬਦੇਹੀ ਹੈ ਜਿਹੜੀ ਬਾਹਰ ਦਿਸ ਰਹੀ ਹੈ, ਬਦੇਹ ਹੈ। ਬਦੇਹ ਦਾ ਅਰਥ ਹੈ ਜਿਸ ਦੇਹ ਨੇ ਸਦਾ ਦੇਹ ਨਹੀਂ ਰਹਿਣਾ। ਬਾਣੀ ਕਹਿੰਦੀ ਬਦੇਹੀ ਦਿਸੇ, ਦਿਸ ਰਹੀ। ਪਰ ਇਸ ਬਦੇਹੀ ਦੇ ਪਿੱਛੇ ਇੱਕ ਦੇਹੀ ਹੈ, ਉਹਨੂੰ ਬਾਣੀ ਨੇ ਦੇਹੀ ਕਿਹਾ ਹੈ ਕਿਉਂਕਿ ਉਹ ਗੁਪਤ ਹੈ, ਉਹ ਬਿਨਸਤੀ ਨਹੀਂ, ਉਹਨੇ ਰਹਿਣਾ ਹੈ। ਗੁਰਦੇਵ ਕਹਿੰਦੇ ਸਦਾ। ਤੋ ਜਿਹੜੀ ਗੁਪਤ ਹੈ ਨਾ ਦੇਹੀ, ਗੁਰਦੇਵ ਜੀ ਆਖਦੇ ਨੇ ਬਦੇਹੀ ਦਿਸੈ। ਕੋਈ ਬੰਦਾ ਯਤਨ ਕਰ ਲੈ, ਆ ਬਾਹਰ ਦੀ ਦੇਹ ਹੈ ਜਿਹੜੀ, ਠੀਕ ਹੈ ਰੱਬ ਤੰਦਰੁਸਤੀ ਬਖਸ਼ੇ ਸਭ ਨੂੰ, ਸੋਹਣਾ ਜੀਵਨ ਬਖਸ਼ੇ, ਪਰ ਇਹ ਹਕੀਕਤ ਹੈ ਇਹ ਸਦਾ ਨਹੀਂ ਦਿਸਦੀ ਰਹਿੰਦੀ ਕਿਸੇ ਦੀ, ਨਾ ਕਿਸੇ ਕੋਲ ਸਮਰੱਥਾ ਹੈ ਇਸ ਤਰ੍ਹਾਂ ਕਰ ਸਕੇ। ਪਰ ਸਾਹਿਬ ਕਹਿੰਦੇ ਉਹ ਜਿਹੜੀ ਦੇਹੀ ਗੁਪਤ ਹੈ, ਅੱਜ ਉਹੀ ਹੈ ਜਿਹੜੀ ਗੁਪਤ ਦੇਹੀ ਹੈ, ਉਹੀ ਅੱਜ ਭਗਤਾਂ ਦੀ, ਗੁਰੂਆਂ ਦੀ ਮੌਜੂਦ ਹੈ ਸਾਡੇ 'ਚ। ਬਾਣੀ ਰੂਪ ਅੰਦਰ, ਜੋਤ ਰੂਪ ਅੰਦਰ, ਗੁਣਾ ਰੂਪ ਅੰਦਰ, ਸੁਭਾਅ ਰੂਪ ਅੰਦਰ ਉਹ ਹੈ। ਉਹਦਾ ਰਹਿਣਾ ਬੜਾ ਜ਼ਰੂਰੀ ਹੈ ਜੀਵਨ 'ਚ। ਉਹਦਾ ਖਿਆਲ, ਉਹਦੀ ਹੋਂਦ, ਉਹਦੀ ਪਰਪੱਕਤਾ। ਤੇ ਨਹੀਂ ਤੇ ਬੰਦੇ ਕੋਲ ਸਭ ਕੁਝ ਉਹ ਹੈ ਜੋ ਦੇਹੀ, ਸਦਾ ਦੇਹੀ ਨਹੀਂ ਰਹਿੰਦੀ। ਸਾਰਾ ਕੁਝ ਉਹੀ ਹੈ ਬੰਦੇ ਕੋਲ, ਇਸ ਤੋਂ ਅੱਗੇ ਕੁਝ ਨਹੀਂ। ਪਰ ਮੇਰੇ ਗੁਰਦੇਵ ਕਹਿੰਦੇ ਉਹ ਛੁੱਟ ਜਾਂਦਾ ਹੈ ਬੰਧਨ 'ਚੋਂ। ਨਹੀਂ ਤੇ ਬੜੇ, ਕਿਉਂਕਿ ਇਹਦੇ ਕਰਕੇ, ਇਹਦੀ ਪਕੜ ਕਰਕੇ ਬੰਧਨ ਨੇ ਬੜੇ, ਡਰ ਨੇ ਬੜੇ। ਜਿੰਨਾ ਕੋਈ ਪਦਾਰਥਵਾਦੀ ਹੋਏਗਾ ਓਨੀ ਚਿੰਤਾ ਹੁੰਦੀ ਹੈ, ਓਨੇ ਡਰ ਹੁੰਦੇ ਨੇ, ਉਹਨੇ ਜ਼ਿੰਦਗੀ ਦੇ ਅੰਦਰ ਬੰਧਨ ਪੈਂਦੇ ਨੇ ਉਸ ਤੋਂ। ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ, ਜਿਹੜਾ ਇਹਦੇ ਤੋਂ ਛੁੱਟ ਜਾਂਦਾ ਸਾਹਿਬ ਆਖਦੇ ਨੇ। ਉਹ ਸਾਹਿਬ ਕਹਿੰਦੇ ਉਹ ਨਿਰਭੈ ਜਪ ਕੇ ਭਉ ਤੋਂ ਬਹੁਤ ਦੂਰ ਚਲਾ ਜਾਂਦਾ ਹੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੂਖ। ਬੜਾ ਆਤਮਕ ਸੁੱਖ ਨਾਮ ਕਰਕੇ ਜੀਵਨ 'ਚ ਬਣਿਆ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਜਿਨ੍ਹਾਂ ਨੂੰ ਪ੍ਰਭ ਰੱਖਦਾ ਉਹਨਾਂ ਨੂੰ ਦੁੱਖ ਨਹੀਂ ਹੈ, ਭੈ ਨਹੀਂ। ਸਾਹਿਬ ਆਖਦੇ ਨੇ ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਏ ਨਾ ਪਹੁੰਚਨਹਾਰ। ਜਿੱਥੇ ਸਾਹਿਬ ਕਹਿੰਦੇ ਚਿੰਤਾ ਵੱਧ ਜਾਂਦੀ ਹੈ। ਅੱਜ ਕੱਲ੍ਹ ਸਰੀਰ ਦੇ ਰੋਗੀਆਂ ਨਾਲੋਂ, ਡਾਕਟਰਾਂ ਨਾਲੋਂ ਮਨੋ ਰੋਗੀਆਂ ਦੀ ਲੋੜ ਬਹੁਤ ਜ਼ਿਆਦਾ। ਸਕਾਇਟਿਸਟ ਜਿਹਨੂੰ ਆਪਾਂ ਆਖਦੇ ਹਾਂ, ਬੜੀ ਲੋੜ ਹੈ ਉਹਨਾਂ ਦੀ। ਕਿਉਂਕਿ ਅੱਜ ਕੱਲ੍ਹ ਲੱਗਦਾ ਹੈ ਬੰਦਾ ਸਰੀਰ ਕਰਕੇ ਸਭ ਠੀਕ ਹੈ, ਪੜ੍ਹਿਆ ਲਿਖਿਆ, ਮਨ ਕਰਕੇ ਨਹੀਂ ਸਭ ਕੁਝ ਠੀਕ ਹੁੰਦਾ। ਤਾਂ ਕਰਕੇ ਲੋੜ ਵੱਧ ਰਹੀ ਅੱਜ ਮਨੋਵਿਗਿਆਨੀਆਂ ਕੋਲ ਵੀ। ਪਰ ਉਹ ਵੀ ਵਿਚਾਰੇ ਕੀ ਕਰਨ, ਉਹ ਗੋਲੀਆਂ ਦੇ ਕੇ ਸੁਆ ਦਿੰਦੇ ਨੇ ਵੀ ਚੱਲ ਸੁੱਤਾ ਰਹਿ, ਸਵੇਰੇ ਵੀ ਖਾ ਲਓ, ਸ਼ਾਮ ਨੂੰ ਵੀ ਖਾ ਲਓ। ਮੇਰੇ ਗੁਰਦੇਵ ਨੇ ਬਖਸ਼ਿਸ਼ ਕੀਤੀ ਹੈ, ਇਹ ਉਦਾਸੀ ਜੀਵਨ 'ਚੋਂ ਨਿਕਲਣੀ ਨਹੀਂ, ਕਿੰਨਾ ਵੀ ਯਤਨ ਕਰ ਲੈ ਮਨੁੱਖ, ਪਰ ਮਿਟ ਸਕਦਾ ਹੈ। ਚਿੰਤਾ ਜਾਏ ਮਿਟੈ ਅਹੰਕਾਰ। ਆ ਦੋ ਚੀਜ਼ਾਂ ਇਕੱਠੀਆਂ ਮਿਟਣਗੀਆਂ ਜੀਵਨ 'ਚੋਂ, ਅਹੰਕਾਰ ਤੇ ਚਿੰਤਾ। ਤੇ ਦੋ ਚੀਜ਼ਾਂ ਇਕੱਠੀਆਂ ਹੀ ਵਰਤਦੀਆਂ ਨੇ, ਅਹੰਕਾਰ ਤੇ ਚਿੰਤਾ। ਕਿਉਂਕਿ ਚਿੰਤਾ ਵਰਤੀ ਉੱਥੇ ਜਿੱਥੇ ਅਹੰਕਾਰ ਹੁੰਦਾ। ਈਗੋ, ਮੈਂ, ਪਕੜ ਚੋਂ ਹੀ ਚਿੰਤਾ ਬਣੀ ਹੈ। ਤੇ ਪਕੜ ਹੈ ਸਾਡਾ ਹੰਕਾਰ ਬੜਾ ਵੱਡਾ, ਉੱਥੋਂ ਚਿੰਤਾ ਵਰਤ ਗਈ। ਜਿੰਨਾ ਕੋਈ ਬੰਦਾ ਮਾਣ ਚਾਹੁੰਦਾ ਪਕੜ ਹੁੰਦੀ, ਲੋਕ ਸਤਿਕਾਰ ਕਰਨ, ਉਹ ਨਹੀਂ ਮਿਲਿਆ ਮਾਣ, ਫਿਰ ਅੰਦਰ ਚਿੰਤਾ, ਆਤਮਹੀਨਤਾ ਬਣ ਗਈ। ਸੋ ਦੋ ਚੀਜ਼ਾਂ ਇਕੱਠੀਆਂ ਜਾਣਗੀਆਂ, ਇਕੱਠੀਆਂ ਰਹਿਣਗੀਆਂ।
ਚਿੰਤਾ ਤੇ ਅਹੰਕਾਰ ਇਕੱਠੇ ਵਰਤਣਗੇ ਤੇ ਜਦੋਂ ਨਿਕਲਣਗੇ ਜੇ ਇਕੱਠੇ ਨਿਕਲਣਗੇ ਤਾਂ ਸਾਹਿਬ ਕਹਿੰਦੇ ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਇ ਨਾ ਪਹੁੰਚਨਹਾਰ। ਉਸ ਰੱਬ ਦੇ ਜਨ ਪਿਆਰੇ ਤੱਕ ਕੋਈ ਪਹੁੰਚ ਨਹੀਂ ਸਕਦਾ। ਕੋਈ ਬਲਾ, ਕੋਈ ਚਿੰਤਾ, ਕੋਈ ਰੋਗ, ਕੋਈ ਹਉਮੈ, ਲੋਭ ਨਹੀਂ ਪਹੁੰਚ ਸਕਿਆ ਰੱਬ ਦੇ ਪਿਆਰੇ ਤੱਕ। ਉਹਨੇ ਵੀ ਕਿਰਤ ਕੀਤੀ, ਭਗਤ ਧੰਨਾ ਜੀ ਨੇ ਵੀ ਖੇਤੀਬਾੜੀ ਕੀਤੀ ਹੈ। ਰੱਬ ਦੇ ਪਿਆਰਿਆਂ ਨੇ ਮੱਝਾਂ ਚਾਰੀਆਂ ਨੇ, ਪਰ ਪਸ਼ੂਆਂ ਨੂੰ ਟੀਕੇ ਲਾ ਲਾ ਕੇ ਨਹੀਂ ਦੁੱਧ ਕੱਢਿਆ ਹੋਏਗਾ ਉਹਨਾਂ। ਸਾਡੇ ਤੇ ਲੋਭ ਵਰਤ ਗਿਆ ਨਾ, ਦਵਾਈਆਂ ਲਾ ਲਾ ਕੇ ਬਣਾ ਕੇ ਸਬਜ਼ੀਆਂ ਆ ਗਈਆਂ, ਦੁੱਧ ਆ ਗਿਆ, ਚੀਜ਼ਾਂ ਆ ਗਈਆਂ। ਕਿੱਥੇ ਹੈ? ਮੈਂ ਕਹਿੰਦਾ ਜਿਹੜੇ ਦੇਸ਼ ਵਿੱਚ ਨਮਕ ਮਿਰਚ ਵਿੱਚ ਮਿਲਾਵਟ ਹੋਏ ਉੱਥੇ ਧਰਮ ਕਿੱਥੇ ਫਲੀਭੂਤ ਹੋਏ? ਬੜੀ ਵਾਰ ਸਵਾਲ ਹੁੰਦਾ ਵੀ ਧਰਮ ਕਿੱਥੇ ਜਾਂਦਾ ਹੈ? ਕਾਰਨ ਇੱਕੋ ਹੀ ਹੈ, ਜਿੰਨਾ ਚਿਰ ਤੱਕ ਸਾਡੇ ਕਰਮਾਂ 'ਚ ਪਵਿੱਤਰਤਾ ਨਹੀਂ, ਅਸੀਂ ਧਰਮੀ ਹੋ ਹੀ ਨਹੀਂ ਸਕਦੇ ਕਦੇ। ਜਿੰਨੇ ਮਰਜ਼ੀ ਸਮਾਗਮ ਅਟੈਂਡ ਕਰ ਲਈਏ, ਉਹ ਜਿੰਨੇ ਮਰਜ਼ੀ ਮੇਰੇ ਵਰਗੇ ਬਾਬਿਆਂ ਨੂੰ ਮਿਲ ਲਿਓ। ਕਿਉਂਕਿ ਪਹਿਲੋਂ ਕਰਮ ਭਾਈ ਲਾਲੋ ਦੇ ਘਰ ਕਿਉਂ ਗਏ ਸੀ? ਭਾਈ ਲਾਲੋ ਕਿੰਨੇ ਕੁ ਜਪ ਤਪ ਕਰ ਰਿਹਾ ਸੀ, ਲੰਗਰ ਲਾ ਰਿਹਾ ਸੀ, ਪਰ ਭਾਈ ਲਾਲੋ ਦੀ ਕਿਰਤ ਸੁੱਚੀ ਸੀ ਤਾਂ ਗਏ ਸੀ ਗੁਰੂ ਨਾਨਕ। ਤੇ ਜਿੱਥੇ ਆਪਾਂ ਨਮਕ ਮਿਰਚ ਵਿੱਚ ਮਿਲਾਵਟ ਕਰਦੇ ਹਾਂ, ਦੁੱਧ ਵਿੱਚ ਆਪਾਂ ਕੈਮੀਕਲ ਪਾਉਂਦੇ ਹਾਂ, ਤੇ ਫਿਰ ਲੱਭ ਜੀਏ ਵੀ ਰੱਬ ਲੱਭੇਗਾ। ਰੱਬ ਦੇ ਬਣਾਏ ਮੰਦਰ 'ਚ ਆਪਾਂ ਜ਼ਹਿਰ ਛਿੜਕ ਰਹੇ। ਰੱਬ ਦਾ ਹੀ ਮੰਦਰ ਹੈ ਸਰੀਰ, ਹਰਿਮੰਦਰ ਇਹ ਸਰੀਰ ਹੈ ਜਿੱਥੋਂ ਹਰ ਜਾਤਾ। ਉਹਨੂੰ ਆਪਾਂ ਮਾਰਨ ਦੇ ਪ੍ਰਬੰਧ ਕੀਤੇ ਹੋਏ ਨੇ, ਫਿਰ ਰੱਬ ਖੁਸ਼ ਹੋ ਜਾਏਗਾ? ਕੋਈ ਸਾਡੇ ਧੀ ਪੁੱਤ ਨੂੰ ਮਾਰੇ, ਆਪਾਂ ਖੁਸ਼ ਹੋਵਾਂਗੇ? ਨਹੀਂ। ਰੱਬ ਦੇ ਹੀ ਧੀਆਂ ਪੁੱਤ ਨੇ ਸਾਰੇ, ਜਿੰਨੀ ਸ੍ਰਿਸ਼ਟੀ। ਜੇ ਕੋਈ ਉਹਦੇ ਨਾਲ ਠੱਗੀ ਕਰ ਰਿਹਾ ਹੈ, ਧੋਖਾ ਕਰ ਰਿਹਾ ਹੈ, ਉਹਦੀ ਨਿੰਦਾ ਕਰ ਰਿਹਾ ਹੈ, ਉਹਨੂੰ ਮਾੜਾ ਕਹਿ ਰਿਹਾ, ਅਕਾਲ ਪੁਰਖ ਦੀ ਪ੍ਰਸੰਨਤਾ ਨਹੀਂ ਉਹ ਲੈ ਸਕਦਾ। ਸੋ ਤਾਂ ਕਰਕੇ ਜੇ ਧਰਮ ਦਾ ਫਲੀਭੂਤ ਆਪਾਂ ਚਾਹੁੰਦੇ ਹਾਂ, ਕਰਮਾਂ 'ਤੇ ਧਿਆਨ ਦੇਣਾ ਬੜਾ ਜ਼ਰੂਰੀ ਹੈ। ਕੋਈ ਵੀ ਕਿਰਤ ਹੋਏ ਮਾਲਕ ਵਾਹਿਗੁਰੂ ਦੀ ਬਖਸ਼ੀ ਹੋਈ, ਪਰ ਉਹਦੇ 'ਚ ਇਮਾਨਦਾਰੀ, ਸੰਤੋਖ ਹੋਣਾ ਬੜਾ ਜ਼ਰੂਰੀ ਹੈ। ਕੋਈ ਵੀ ਹੋਏ, ਤਾਂ ਜੋ ਉਹਦੇ 'ਚੋਂ ਕੁਝ ਪ੍ਰਾਪਤੀ ਕੀਤੀ ਜਾ ਸਕੇ। ਤੇ ਜਿੱਥੇ ਨਮਕ ਮਿਰਚ ਵੀ ਨਹੀਂ ਆਪਾਂ ਛੱਡੇ, ਇੱਥੋਂ ਤੱਕ ਧਾਰਮਿਕ ਥਾਂ ਵੀ ਨਹੀਂ ਛੱਡੇ, ਸੱਚ ਜਾਣੇ। ਉੱਥੇ ਵੀ ਤੁਸੀਂ ਫੋਨ ਕਰੋਗੇ ਫਿਰ ਉਹਨਾਂ ਨੇ ਗੱਲ ਸੁਣਨੀ ਕਿਸੇ ਰਾਜੇ ਦੀ। ਕੋਈ ਮੈਨੂੰ ਸੱਜਣ ਕਹਿ ਰਿਹਾ ਸੀ, ਭਾਈ ਸਾਹਿਬ ਜੀ ਤੁਸੀਂ ਜਾਓ ਨਾ, ਆਓ ਲਾਈਵ ਆਓ ਕਦੇ। ਮੈਂ ਕਿਹਾ ਮੇਰੇ ਕੋਲ ਫਰਮਾਇਸ਼ ਕਿਸੇ ਰਾਜਨੀਤਿਕ ਬੰਦੇ ਦੀ ਨਹੀਂ, ਗੁਰੂ ਦੀ ਹੈ। ਠੀਕ ਹੈ, ਇੱਥੇ ਵੀ ਗੁਰੂ ਲਾਗੇ ਬੈਠੇ ਆ, ਕਦੇ ਗੁਰੂ ਨੇ ਸੱਦ ਲਿਆ ਉੱਥੇ ਵੀ ਗੁਰੂ ਦੇ ਲਾਗੇ। ਪਰ ਮੇਰੇ ਕੋਲੋਂ ਕਿਸੇ ਪ੍ਰਬੰਧਕ ਦੀ, ਕਿਸੇ ਰਾਜਨੀਤਿਕ ਦੀ, ਕਿਸੇ ਅਮੀਰ ਦੀ ਸਿਫਾਰਿਸ਼ ਹੈ ਨਹੀਂ, ਤੇ ਨਾ ਆਪਾਂ ਪਾਉਣੀ ਹੈ। ਕਿਉਂਕਿ ਹੈ ਸਾਡੇ ਕੋਲ ਸਤਿਗੁਰੂ। ਠੀਕ ਹੈ, ਇੱਥੇ ਬੈਠੇ ਹਾਂ ਤਾਂ ਵੀ ਗੁਰੂ ਦੇ। ਕੋਈ ਮੈਂ ਵਿਦੇਸ਼ ਗਿਆ, ਆਸਟ੍ਰੇਲੀਆ, ਕੋਈ ਮੈਨੂੰ ਸੱਜਣ ਕਹਿੰਦਾ ਭਾਈ ਸਾਹਿਬ ਜੀ ਤੁਸੀਂ ਡਾਲਰ ਲੈਣ ਆਉਂਦੇ ਹੋ? ਮੈਂ ਕਿਹਾ ਬਿਲਕੁਲ। ਤੇ ਤੁਸੀਂ ਵੀ ਕਿਹੜਾ ਰੱਬ ਲੱਭਣ ਆਏ ਹੋ? ਮੈਂ ਕਿਹਾ ਤੁਸੀਂ ਵੀ ਡਾਲਰ ਹੀ ਲੈਣ ਆਏ ਹੋ। ਪਰ ਮੈਂ ਕਿਹਾ ਸਾਡੇ ਵਾਸਤੇ ਮਾਇਆ ਚੰਗੀ ਹੈ, ਗੁਰੂ ਦੇ ਗੋਡੇ ਲਾਗੇ ਬਿਠਾ ਤੇ ਦਿੰਦੀ ਹੈ। ਮੁਬਾਰਕ ਹੈ, ਭਾਵੇਂ ਮੇਰੇ ਵਰਗਾ ਤਨਖਾਹ ਲੈਂਦਾ, ਪਰ ਬਹਿੰਦਾ ਤੇ ਗੁਰੂ ਦੇ ਚਰਨਾਂ 'ਚ ਹੀ ਹੈ। ਮੁਬਾਰਕ ਹੈ ਮਾਇਆ। ਗੁਰੂ ਦੀ ਯਾਦ ਨਾਲ ਤੇ ਜੁੜੇ। 4-5 ਸਾਲ ਹੋ ਗਏ ਦਾਸ ਬੰਬੇ ਗਿਆ, ਉੱਥੇ 3-4 ਦਿਨਾਂ ਦਾ ਸਮਾਗਮ ਸੀ, ਤੋਂ ਨਾਲ ਹੋਰ ਵੀ ਆਏ ਸੀ। ਮੁਬਾਰਕ ਹੈ, ਸੇਵਾਵਾਂ ਬੜੇ ਕਰਦੇ ਨੇ। ਤੋ ਸਭ ਨੇ ਦੱਸਿਆ, ਕਿਸੇ ਨੇ ਕਿਹਾ ਜਿਹੜੀ ਮਾਇਆ ਤੁਸੀਂ ਦਿੱਤੀ ਹੈ, ਅਨਾਥ ਆਸ਼ਰਮ ਜਾਣੀ ਹੈ, ਵਿਧਵਾ 'ਚ ਜਾਣੀ ਹੈ। ਤੋ ਦਾਸ ਨੇ ਵੀ ਬੇਨਤੀ ਕਰ ਦਿੱਤੀ, ਸੰਗਤ ਜੀ ਜਿਹੜੀ ਤੁਸੀਂ ਮਾਇਆ ਦਿੱਤੀ ਹੈ, ਦਾਸ ਨੇ ਆਪਣੇ ਧੀਆਂ ਪੁੱਤਾਂ ਵਾਸਤੇ ਖਰਚਣੀ, ਲੋੜ ਹੈ ਸਾਡੀ। ਮੈਂ ਕਿਉਂ ਦਾਵਾ ਕਰ ਦੇਵਾਂ ਵੀ ਮੈਂ ਅਨਾਥ ਆਸ਼ਰਮ ਸਾਂਭ ਰਿਹਾ, ਮੇਰੇ ਕੋਲ ਤੇ ਆਪਣਾ ਨਹੀਂ ਸਾਂਭਾ ਜਾਂਦਾ। ਮੈਂ ਕਿਉਂ ਦਾਵਾ ਕਰ ਦੇਵਾਂ? ਠੀਕ ਹੈ, ਮਾਇਆ ਹੈ, ਮੁਬਾਰਕ ਹੈ, ਗੁਰੂ ਦੇ ਚਰਨਾਂ ਨਾਲ ਤੇ ਬੈਠੇ ਆ ਨਾ। ਕਈ ਰੂਪ ਦੀ ਹੈ, ਕਿਸੇ ਨੇ ਕਿਸੇ ਰੂਪ ਦੀ, ਕਿਸੇ ਨੇ ਕਿਸੇ ਰੂਪ ਦੀ। ਦਾਤ ਉਹਦੀ ਬਖਸ਼ਿਸ਼ ਦੀ ਹੈ, ਉਹਦੀ ਮਿਹਰਾਮਤ ਦੀ ਹੈ, ਉਹਦੀ ਨੇੜਤਾ ਹੈ। ਜੇ ਸਾਡੇ ਨੀਅਤ ਵਿੱਚ ਸ਼ੁੱਧਤਾ ਆ ਜਾਏ, ਗੁਰਮੁਖੋ ਹਰੇ ਕਰਮ ਹੀ ਸ਼ੁੱਧ ਹੈ।
ਜੇ ਨੀਅਤ ਸ਼ੁੱਧ ਨਹੀਂ ਫਿਰ ਮਿਲਾਵਟ ਰਹਿਣੀ ਹੈ, ਉਹ ਦੁਕਾਨਾਂ 'ਚ ਵੀ ਰਹਿਣੀ ਹੈ, ਉਹ ਕਮਰਸ਼ੀਅਲ ਹਰੇਕ ਚੀਜ਼ ਹੋ ਜਾਂਦੀ ਹੈ। ਬਸ ਮੈਂ ਇਹ ਸ਼ਬਦ ਵਰਤਦਾ, ਜਿੱਥੇ ਕੱਲੀ ਮਾਇਆ ਹੰਕਾਰ ਪ੍ਰਭਤਾ ਵੱਧ ਜਾਏ। ਮੈਂ ਕਹਿੰਦਾ ਵੀ ਚਲੋ ਕਿਰਪਾ ਹੋਏ, ਰੱਬ ਕਮਰਸ਼ੀਅਲ ਨਹੀਂ ਹੈ ਵੈਸੇ, ਪਰ ਬਣਾ ਨਾ ਦਈਏ ਅਸੀਂ ਕਦੇ। ਗੁਰੂ ਬੜਾ ਨਿਸ਼ਕਾਮ ਹੈ, ਗੁਰੂ ਤੋਂ ਵੱਡੀ ਨਿਸ਼ਕਾਮਤਾ ਨਹੀਂ ਕਿਸੇ ਦੀ ਹੋ ਸਕਦੀ। ਸ਼ੀਸ਼ ਦੇ ਦਿੱਤਾ, ਚਲੋ ਭਾਈ ਕੋਈ ਨਹੀਂ, ਜਾਣ ਤੋਂ ਪਿਆਰਾ ਕੀ ਹੁੰਦਾ। ਆਪਾਂ ਬੜਾ ਸੌਖਾ ਕਹਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ੀਸ਼ ਦਿੱਤਾ, ਪਰ ਵੇਖਿਓ ਕਦੇ ਸੋਚ ਕੇ ਇੰਨਾ ਸੌਖਾ ਨਹੀਂ ਹੈ ਜਿੰਨਾ ਕਹਿਣਾ ਸੁਣਨਾ ਸੌਖਾ। ਇੰਨਾ ਕਮਾਉਣਾ ਬੜਾ ਔਖਾ ਹੈ ਗੁਰਮੁਖ ਪਿਆਰੇ। ਤੋ ਨਹੀਂ, ਤਾਂ ਕਰਕੇ ਮੈਂ ਬੇਨਤੀ ਸ਼ੁਰੂ ਕੀਤੀ ਹੈ ਵੀ ਜਿੰਨਾ ਚਿਰ ਤੱਕ ਸਾਡੇ ਕਰਮਾਂ 'ਚ ਸ਼ੁੱਧਤਾ ਨਹੀਂ, ਧਰਮ ਦੇ ਵਿੱਚ ਬਰਕਤ ਨਹੀਂ ਪੈਣੀ, ਉੱਥੇ ਹੀ ਰਹੇਗਾ। ਬਾਹਰੀ ਤੌਰ 'ਤੇ ਠੀਕ ਹੈ, ਹੋਏਗਾ ਬਹੁਤ ਕੁਝ, ਪਰ ਜੀਵਨ ਨਹੀਂ ਬਦਲਣਾ। ਤਾਂ ਹੀ ਬਹੁਤੀ ਆਊਟਪੁੱਟ ਨਹੀਂ। ਆਪਾਂ ਗੁਰੂ ਨਾਨਕ ਨੇ ਤੇ ਧਿਆਨ ਹੀ ਇਸ ਪਾਸੇ ਵੱਲ ਦਿੱਤਾ ਸੀ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਗੁਰਦੇਵ ਕਹਿੰਦੇ ਕਿਉਂ ਦਾਵਾ ਕਰਦੇ ਹੋ ਹਿੰਦੂ ਮੁਸਲਮਾਨ ਦਾ। ਸਾਹਿਬ ਕਹਿੰਦੇ ਕੱਚਾ ਰੰਗ ਕਸੁੰਭ ਦਾ ਪਾਣੀ ਧੋਤਾ ਥਿਰ ਨਾ ਰੋਈ। ਕਰਨ ਬਖੀਲੀ ਆਪ ਦੇ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ। ਰਾਹ ਸ਼ੈਤਾਨੀ ਦੁਨੀਆ ਕੋ, ਇਹ ਸ਼ੈਤਾਨ ਦਾ ਰਸਤਾ ਹੈ, ਝਗੜੇ ਦਾ, ਵਾਦ ਵਿਵਾਦ ਦਾ। ਰੱਬ ਦੇ ਪਿਆਰੇ ਦਾ ਭਗਤ ਦਾ ਜੀਵਨ ਹੁੰਦਾ। ਮੈਂ ਆਪਣੇ ਨੂੰ ਆਪੇ ਨੂੰ ਸਵਾਰਾਂ, ਮੇਰੇ ਕਰਮ ਕਿਵੇਂ ਪਵਿੱਤਰ ਹੋਣ, ਮੇਰੀ ਨੀਅਤ ਕਿਵੇਂ ਸਾਫ਼ ਹੋਏ, ਮੇਰਾ ਮਨ ਹਿਰਦਾ ਕਿਵੇਂ ਤੀਰਥ ਬਣ ਜਾਏ। ਬਣਿਆ ਵੀ ਹੈ ਭਗਤਾਂ ਦਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਲੋਕ ਭੱਜਦੇ ਨੇ ਗੰਗਾ ਵੱਲ, ਪਰ ਭਗਤ ਜੀ ਕਹਿੰਦੇ ਇੰਨੀ ਕੁ ਰੱਬ ਨੇ ਕਿਰਪਾ ਕਰ ਦਿੱਤੀ, ਲੱਗਦਾ ਹੁਣ ਪਾਛੈ ਲਾਗੂ ਹਰ ਫਿਰੈ ਕਹਿਤ ਕਬੀਰ। ਕਬੀਰ ਲੋਕ ਲੱਭ ਰਹੇ ਨੇ, ਰੱਬ ਕਿੱਥੇ ਹੈ, ਰੱਬ ਕਿੱਥੇ ਹੈ। ਰੱਬ ਲੱਭ ਰਿਹਾ, ਮੇਰਾ ਭਗਤ ਕਿੱਥੇ ਹੈ। ਗੁਰੂ ਲੱਭ ਰਿਹਾ, ਮੇਰਾ ਸਿੱਖ ਕਿੱਥੇ ਹੈ। ਲੱਭਦਾ ਗੁਰੂ। ਰੋਪੜ ਦੀ ਧਰਤੀ, ਇੱਥੋਂ ਦਾ ਇੱਕ ਵੈਦ ਸੀ ਸੁਜਾਨ ਰਾਏ। ਉਹ ਸੰਗਤ ਜਾਂਦੀ ਸੀ ਅਨੰਦਪੁਰ ਸਾਹਿਬ, ਚੱਲ ਪਿਆ ਗੁਰੂ ਦੇ ਦਰ 'ਤੇ ਕਈ ਦਿਨ ਰਿਹਾ। ਬੜਾ ਪ੍ਰੀਤ ਭਾਵ ਗੁਰੂ ਦੇ ਚਰਨਾਂ ਪ੍ਰਤੀ ਬਣ ਗਿਆ। ਸੁਜਾਨ ਰਾਏ ਤੋਂ ਸੁਜਾਨ ਸਿੰਘ ਵੀ ਬਣ ਗਿਆ। ਅੱਜ ਤੁਰਨ ਲੱਗਾ ਹੈ ਤੇ ਬੇਨਤੀ ਕੀਤੀ ਸੀ, ਸਤਿਗੁਰੂ ਤੇਰੇ ਤੋਂ ਵਿਛੜ ਰਹੇ ਹਾਂ, ਵਿਛੜਾ ਨਾ, ਸਦਾ ਤੁਹਾਡੇ ਦੀਦਾਰ ਹੁੰਦੇ ਰਹਿਣ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸੁਜਾਨ ਰਾਏ ਤੁਸੀਂ ਵੈਦਗੀ ਕਰਦੇ ਹੋ, ਬੜੀ ਲੋੜ, ਬਹੁਤ ਲੋੜ ਹੈ ਸਮਾਜ ਨੂੰ। ਅੱਜ ਕੱਲ੍ਹ ਦੋ ਚੀਜ਼ਾਂ ਦੀ ਬੜੀ ਲੋੜ ਹੈ ਸਾਨੂੰ, ਇੱਕ ਐਜੂਕੇਸ਼ਨ ਦੀ, ਇੱਕ ਡਾਕਟਰੀ ਦਵਾਈਆਂ ਦੀ ਬੜੀ ਲੋੜ ਹੈ। ਤੇ ਇਹ ਚੀਜ਼ਾਂ ਆਮ ਬੰਦਾ ਵਿਚਾਰਾ ਥੁੜ ਜਾਂਦਾ ਹੈ ਬਹੁਤ ਵਾਰ। ਖੈਰ ਸਾਹਿਬ ਨੇ ਕਿਹਾ ਸੁਜਾਨ ਰਾਏ ਸਾਡਾ ਦੀਦਾਰ ਚਾਹੁੰਦਾ, ਜਾਂ ਜਦੋਂ ਵੀ ਕੋਈ ਲੋੜਵੰਦ ਆਏ, ਜਦੋਂ ਦਵਾ ਦਿੰਦਾ ਜਾਂ ਰੋਗੀ 'ਚੋਂ ਸਾਡਾ ਹੀ ਚਿਹਰਾ ਦੇਖਿਆ ਕਰ। ਸਮਝ ਲਈ ਸਾਡਾ ਹੀ ਇਲਾਜ ਕਰ ਰਹੇ, ਸਮਝ ਲਈ ਸਾਡੀ ਸੇਵਾ ਹੋ ਗਈ, ਤੈਨੂੰ ਲੋੜ ਨਹੀਂ ਹੋਣੀ, ਬਸ ਤੇਰੇ ਤੋਂ ਅਸੀਂ ਦੂਰ ਜਾਣਾ ਹੀ ਨਹੀਂ ਕਿਤੇ ਵੀ। ਸਮਾਂ ਲੰਘਦਾ ਗਿਆ, ਬਸ ਫੜ ਲਿਆ ਗੁਰੂ ਦੇ ਉਪਦੇਸ਼ ਨੂੰ, ਭਿੱਜ ਗਈ ਰੂਹ ਗੁਰੂ ਦੇ ਦੀਦਾਰ ਦੇ ਅੰਦਰ। ਤੇ ਸਤਿਗੁਰ ਇਸ ਇਲਾਕੇ 'ਚ ਬੜੀ ਵਾਰ ਆਏ ਨੇ, ਚਮਕੌਰ ਸਾਹਿਬ, ਇੱਥੇ ਪਹਿਲੋਂ ਵੀ ਆਏ ਨੇ ਜੰਗ ਤੋਂ, ਰੋਪੜ ਦੀ ਧਰਤੀ। ਅੱਜ ਸਾਰਾ ਪਿੰਡ ਇਕੱਠਾ ਹੋਇਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਇੱਥੋਂ ਦੀ ਲੰਘ ਰਹੇ ਨੇ, ਦੀਦਾਰ ਕਰਾਂਗੇ। ਉਹ ਸੁਜਾਨ ਸਿੰਘ ਦਾ ਵੀ ਮਨ ਕਰਦਾ ਹੈ, ਪਰ ਇੰਨੇ ਨੂੰ ਪਤਾ ਲੱਗਾ ਵੀ ਗਵਾਂਢ ਦੇ ਪਿੰਡ ਦੇ 'ਚ ਕੋਈ ਬਹੁਤ ਗਰੀਬਣੀ ਮਾਈ ਹੈ, ਬਸ ਤੜਫੀ ਰਹੀ ਹੈ, ਹੁਣ ਬੜੀ ਲੋੜ ਉਸ ਨੂੰ ਦਵਾ ਦੇ। ਝੋਲਾ ਚੁੱਕਿਆ, ਉਧਰ ਨੂੰ ਤੁਰ ਪਿਆ। ਮਾਈ ਨੂੰ ਦਵਾ ਦਾਰੂ ਦਿੰਦਿਆਂ ਸ਼ਾਮਾਂ ਪੈ ਗਈਆਂ ਤੇ ਸੁਜਾਨ ਸਿੰਘ ਨੇ ਸੋਚਿਆ ਵੀ ਚਲੋ ਲੰਘ ਗਏ ਹੋਣਗੇ ਸਤਿਗੁਰੂ, ਭਾਗਾਂ ਵਾਲੇ ਨੇ ਪਿੰਡ ਵਾਲੇ, ਗੁਰੂ ਦੇ ਦੀਦਾਰ ਕੀਤੇ ਹੋਣਗੇ, ਮੈਨੂੰ ਨਹੀਂ ਹੋਏ।
ਤੇ ਜਦੋਂ ਪਿੰਡ ਆਇਆ ਤੇ ਪਤਾ ਲੱਗਾ ਵੀ ਗੁਰੂ ਤਾਂ ਇੱਥੇ ਹੀ ਹੈ। ਛੇਤੀ ਛੇਤੀ ਆਪਣੇ ਘਰ ਨੂੰ ਤੁਰਿਆ ਵੀ ਝੋਲਾ ਰੱਖ ਕੇ ਮੈਂ ਗੁਰੂ ਨੂੰ ਲੱਭਦਾ। ਪਤਾ ਲੱਗਾ ਵੀ ਗੁਰੂ ਉਹਨਾਂ ਦੇ ਘਰ ਹੀ ਬੈਠਾ ਹੋਇਆ। ਮੱਥਾ ਟੇਕਣ ਲੱਗਾ, ਸਾਹਿਬ ਨੇ ਉੱਠ ਕੇ ਗਲਵੱਕੜੀ ਚਲਾਇਆ। ਸਾਹਿਬ ਕਹਿੰਦੇ ਸੁਜਾਨ ਸਿੰਘ, ਸਰੀਰ ਨੂੰ ਮੱਥਾ ਟੇਕਣ ਵਾਲੇ ਬੜੇ ਨੇ, ਤੂੰ ਸ਼ਬਦ ਦੀ ਪਰਿਕਰਮਾ ਕਰਨ ਵਾਲਾ ਹੈ, ਤੂੰ ਉਪਦੇਸ਼ ਨੂੰ ਕਬੂਲ ਕੀਤਾ ਹੈ। ਸੁਜਾਨ ਸਿੰਘਾ, ਮੈਂ ਤੈਨੂੰ ਮਿਲਣ ਤੋਂ ਬਿਨਾਂ ਕਿਵੇਂ ਜਾ ਸਕਦਾ ਸਾਂ, ਜਿਹੜਾ ਹਰੇਕ ਵਿੱਚੋਂ ਹੀ ਮੈਨੂੰ ਮਿਲ ਲੈਂਦਾ। ਇੱਕ ਐਸਾ ਕਿਰਦਾਰ ਸਤਿਗੁਰ ਨੇ ਬਖਸ਼ਿਆ, ਐਸੀ ਉੱਚੀ ਸੁੱਚੀ ਸਾਨੂੰ ਕਿਰਤ ਬਖਸ਼ੀ ਹੈ। ਸਾਨੂੰ ਇੰਨੀ ਕੁ ਪਵਿੱਤਰਤਾ ਹੋ ਜਾਏ, ਇੰਨੀ ਕੁ ਦਾਤ ਵਰਤ ਜਾਏ ਜੀਵਨ ਦੇ ਅੰਦਰ। ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਫਿਰ ਸਿਰ ਉੱਪਰ ਠਾਡਾ ਗੁਰਸੂਰਾ, ਠਾਡਾ ਦਾ ਅਰਥ ਹੈ ਖਲੋਤਾ, ਇਹਨੂੰ ਠਾਂਡਾ ਨਹੀਂ ਪੜਨਾ। ਹਾਂ, ਕਲ ਤਾਤੀ ਠਾਂਡਾ ਹਰ ਨਾਮ, ਉੱਥੇ ਆਪਾਂ ਠਾਂਡਾ ਪੜ੍ਹਦੇ ਹਾਂ, ਠੰਡਾ। ਇੱਥੇ ਠਾਡਾ ਦਾ ਅਰਥ ਹੁੰਦਾ ਖਲੋਤਾ। ਖਲੋਤਾ ਦਾ ਅਰਥ ਹੈ ਤਤਪਰ, ਪੂਰਨ ਤੌਰ 'ਤੇ ਤਤਪਰ। ਸਾਹਿਬ ਜੀ ਕਹਿੰਦੇ ਗੁਰੂ ਪੂਰਨ ਤੌਰ 'ਤੇ ਤਤਪਰ ਹੈ, ਸਿਰ 'ਤੇ ਖਲੋਤਾ ਹੈ, ਭਾਵ ਰਖਵਾਲੀ ਕਰਦਾ। ਉਲਝ ਨਾ ਜਾਏ, ਲੋੜ ਹੁੰਦੀ ਜਿਵੇਂ ਮਾਂ ਪਿੱਛੇ ਪਿੱਛੇ ਤੁਰਦੀ ਹੈ ਬੱਚੇ ਦੇ, ਪਤਾ ਨਹੀਂ ਕਿਹੜੀ ਚੀਜ਼ ਪਕੜ ਲਏ, ਨਿੱਕਾ ਹੈ, ਕਿੱਧਰ ਨੂੰ ਤੁਰ ਪਏ। ਇਸੇ ਤਰ੍ਹਾਂ ਗੁਰੂ ਪ੍ਰਤਪਾਲਨਾ ਕਰਦਾ ਹੈ। ਭਾਈ ਜੋਗਾ ਜੀ ਸਤਿਗੁਰ ਖਲੋਤੇ ਰਹੇ ਸਾਰੀ ਰਾਤ ਗੜ ਸ਼ੰਕਰ, ਕਿਉਂਕਿ ਮਨ 'ਚ ਆ ਗਿਆ ਸੀ, ਕੁਝ ਵਿਕਾਰ ਆ ਜਾਂਦਾ, ਪਹਿਲੋਂ ਹੰਕਾਰ ਆਉਂਦਾ, ਫਿਰ ਬਾਕੀ ਆ ਜਾਂਦੇ। ਜਦੋਂ ਗੁਰੂ ਦਾ ਸੁਨੇਹਾ ਮਿਲਿਆ ਸੀ, ਤੁਰ ਪਿਆ ਸੀ ਘਰੋਂ ਛੱਡ ਕੇ ਵੀ ਗੁਰੂ ਨੇ ਹੁਕਮ ਕੀਤਾ ਜਾਣਾ। ਰਾਤ ਤੁਰਦਿਆਂ ਮਾਇਆ ਨੇ ਘੇਰ ਲਿਆ ਵੀ ਮੈਂ ਬੜਾ ਵੱਡਾ ਗੁਰੂ ਦਾ ਸਿੱਖ ਹਾਂ, ਸਭ ਕੁਝ ਛੱਡ ਆਇਆ ਗੁਰੂ ਵਾਸਤੇ। ਅੱਗੇ ਫਿਰ ਕਾਮ ਨੇ ਘੇਰ ਲਿਆ, ਅੱਗੇ ਫਿਰ ਗੁਰੂ ਜੀ ਨੂੰ ਖਲੋਣਾ ਪਿਆ। ਗੁਰੂ ਦੇ ਦਰਬਾਰ 'ਚ ਗਿਆ ਤੇ ਸਾਹਿਬ ਜੀ ਨੇ ਕਿਹਾ, ਭਾਈ ਜੋਗਾ, ਨਾ ਤੂੰ ਆਪ ਸੁੱਤਾ ਸਾਰੀ ਰਾਤ, ਨਾ ਸਾਨੂੰ ਸੌਣ ਦਿੱਤਾ। ਗੁਰੂ ਨੂੰ ਮੌਜੂਦ ਹੋਣਾ ਪੈਂਦਾ ਹੈ। ਕੋਈ ਨਹੀਂ, ਬੱਚਾ ਹੈ, ਬੱਚਾ ਹੋ ਸਕਦਾ ਚੁੱਲ੍ਹੇ ਵੱਲ ਤੁਰ ਪਏ, ਮਾਂ ਨੂੰ ਪਤਾ ਹੁੰਦਾ, ਮਾਂ ਨੂੰ ਉਹਦੇ ਨਾਲ ਨਾਲ ਰਹਿਣਾ ਪੈਂਦਾ, ਛੋਟਾ ਬੱਚਾ ਹੋਵੇ। ਇਸੇ ਤਰ੍ਹਾਂ ਜਿਹੜਾ ਸਮਰਪਿਤ ਹੈ ਗੁਰੂ ਕਾ ਸਿੱਖ, ਜਿਹਨੇ ਕਿਹਾ ਵੀ ਤੂੰ ਮੇਰਾ ਗੁਰੂ ਹੈ, ਜਿਹਦੀ ਜ਼ਿੰਮੇਦਾਰੀ, ਜਿਹਨੇ ਭਾਈ ਜੋਗੇ ਨੇ ਕਹਿਤਾ ਸੀ ਜਦੋਂ ਛੋਟਾ ਜਿਹਾ ਸੀ, ਮਾਂ ਪਿਓ ਲੈ ਕੇ ਆਏ। ਸਾਹਿਬ ਨੇ ਪੁੱਛਿਆ ਬਾਲਕ ਦਾ ਨਾਮ ਕੀ ਹੈ, ਉਹ ਆਪ ਹੀ ਦੱਸਿਆ। ਕਹਿਣ ਲੱਗਾ, ਸੱਚੇ ਪਾਤਸ਼ਾਹ ਜੋਗਾ। ਇਹ ਗੱਲ ਸਾਡੇ ਕੋਲ ਕਈ ਵਾਰ ਸਾਰੀ ਜ਼ਿੰਦਗੀ ਨਹੀਂ ਆਖੀ ਜਾਂਦੀ। ਸਾਹਿਬ ਕਹਿੰਦੇ ਕਿਹਦੇ ਜੋਗਾ? ਕਹਿਣ ਲੱਗਾ ਸਤਿਗੁਰੂ ਤੁਹਾਡੇ ਜੋਗਾ। ਤੇ ਫਿਰ ਗੁਰੂ ਨੂੰ ਆਪਣੇ ਜੋਗਾ ਬਣਾ ਕੇ ਜ਼ਰੂਰ ਰੱਖਦਾ, ਜ਼ਰੂਰ ਬਣਾ ਕੇ ਰੱਖਦਾ। ਇਤਿਹਾਸ ਦੀ ਉਹ ਸਾਖੀ ਦੱਸਦੀ ਹੈ, ਉਹ ਗੁਰੂ ਜੋਗਾ ਨਹੀਂ ਸੀ ਰਹਿਣਾ ਜੇ ਸਿਰ ਦੇ ਉੱਤੇ ਗੁਰੂ ਨਾ ਹੁੰਦਾ। ਕਿਸੇ ਕੱਚੇ ਨੇ ਸਹਾਈ ਨਹੀਂ ਸੀ ਹੋਣਾ ਉੱਥੇ, ਤੇ ਗੁਰੂ ਜੋਗਾ ਬਣਿਆ ਰਿਹਾ, ਕਿਉਂਕਿ ਸਿਰ ਉੱਪਰ ਠਾਡਾ ਗੁਰਸੂਰਾ, ਤਤਪਰ ਹੈ, ਖਲੋਤਾ ਹੈ। ਗੁਰੂ ਸੂਰਮਾ ਸਤਿਗੁਰ ਆਖਦੇ ਨੇ ਸਦਾ ਪ੍ਰਤਪਾਲ ਕਰਦਾ ਹੈ। ਨਾਨਕ ਤਾਕੇ ਕਾਰਜ ਪੂਰਾ, ਉਹਦੇ ਕਾਰਜ ਪੂਰੇ ਨੇ, ਉਹਦੀ ਜ਼ਿੰਦਗੀ ਦਾ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ, ਉਹਦੇ ਦਰਸ਼ਨ ਦੀਦਾਰ ਇਸ ਰੂਪ ਦੇ ਹੁੰਦੇ ਨੇ। ਉਦਾਰਤ ਸ੍ਰਿਸ਼ਟ, ਸਾਹਿਬ ਕਹਿੰਦੇ ਉਹ ਸ੍ਰਿਸ਼ਟੀ ਦਾ ਉਧਾਰ ਹੋ ਜਾਂਦਾ, ਉਧਾਰ ਹੋ ਜਾਣਾ। ਜਿਨੇ ਗੁਰਦੇਵ ਕਹਿੰਦੇ ਸੋਹਣੀ ਮੱਤ ਲਈ, ਮੱਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਜਿਹਦੇ ਕੋਲ ਮੱਤ ਪੂਰੀ ਹੈ, ਮੱਤ ਸਮਝ ਜੋ ਗੁਰੂ ਦਿੰਦਾ, ਮਤ ਅਨੁਭਵ ਅੰਦਰ ਦਾ। ਤੋ ਸਾਹਿਬ ਆਖਦੇ ਨੇ ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਜਿਸ ਮਾਲਕ ਦਾ ਰੂਪ ਬੜਾ ਸੋਹਣਾ, ਉਹਦੀਆਂ ਵਡਿਆਈਆਂ ਬੜੀਆਂ ਅਮੋਲਕ ਨੇ ਅਕਾਲ ਪੁਰਖ ਕਰਤੇ ਦੀਆਂ। ਜਿਹੜਾ ਸਾਹਿਬ ਕਹਿੰਦੇ ਬੇਮਿਸਾਲ ਹੈ, ਹਾਂ ਐਸੇ ਮਾਲਕ ਦਾ ਸੋਹਣਾ ਰੂਪ ਪਹਿਲੋਂ ਗੁਰੂ ਚੋਂ ਛਲਕਦਾ ਸਿੱਖ, ਉਹ ਸੰਗਤ ਚੋਂ ਪ੍ਰਤੀਤ ਹੁੰਦਾ। ਉਹਦੀ ਸ਼ੁਰੂਆਤ ਇੱਥੋਂ ਹੁੰਦੀ ਹੈ, ਗੁਰੂ ਕੇ ਪਿਆਰੇ ਜਨ।
ਤੋ ਜਿੱਥੇ ਸਾਹਿਬ ਕਹਿੰਦੇ ਉਸ ਮਾਲਕ ਦੀ ਸੋਹਣੀ ਖੂਬਸੂਰਤੀ ਗੁਰੂ ਰਾਹੀਂ ਪ੍ਰਗਟ ਹੋਈ, ਅਕਾਲ ਪੁਰਖ ਦੀ ਸੰਗਤ ਦੇ ਸਿਯੋਗ ਦੇ ਵਿੱਚੋਂ ਪ੍ਰਗਟ ਹੁੰਦੀ ਹੈ। ਫਿਰ ਧਨ ਸੇਵਾ ਸੇਵਕ ਪ੍ਰਵਾਨ, ਫਿਰ ਉਹ ਸੇਵਾ ਧਨ ਹੈ। ਸੇਵਾ ਬੜਾ ਪਿਆਰਾ ਸਿਧਾਂਤ ਹੈ ਗੁਰੂ ਨਾਨਕ ਦੇ ਦਰ ਕਰਦਾ। ਸੇਵਾ ਕੀਤਾ ਬਹੁਤ ਕੁਝ ਹੈ ਜੀਵਨ ਦੇ ਅੰਦਰ, ਪਰ ਯਾਦ ਨਹੀਂ ਰਹਿ ਗਿਆ ਗੁਰੂ ਕੇ ਪਿਆਰੇ, ਕੋਈ ਯਾਦ ਨਹੀਂ ਰਹਿ ਗਿਆ। ਜੀਵਨ 'ਚ ਇੰਨਾ ਕੁਝ ਵਰਤੇ, ਕੋਈ ਯਾਦ ਨਹੀਂ ਕੀਤਾ ਭਾਈ ਲਹਿਣਾ ਜੀ ਨੇ ਮੈਂ ਕੀ ਕੁਝ ਕਰਤਾ ਹੈ, ਬਾਬਾ ਭਾਈ ਜੇਠਾ ਜੀ ਨੇ ਮੈਂ ਕੀ ਕੁਝ ਕਰਤਾ ਹੈ, ਕੋਈ ਯਾਦ ਨਹੀਂ ਰੱਖਿਆ। ਸੇਵਾਦਾਰ ਥੀ ਉਹ ਕਰਮ ਜਿਹਦੇ ਪਿੱਛੇ ਕੋਈ ਪਕੜ ਨਾ ਹੋਏ, ਨਾ ਮਨ ਦੀ ਨਾ ਬਾਹਰ ਦੀ, ਕੋਈ ਕਿਸੇ ਵੀ ਰੂਪ ਦੀ, ਜਿਹਨੂੰ ਨਿਰਵਾਣ ਕਿਹਾ ਗਿਆ, ਜਿਹਨੂੰ ਨਿਸ਼ਕਾਮ ਕਿਹਾ ਗਿਆ, ਜਿਹਦੇ ਪਿੱਛੇ ਕੋਈ ਮੰਗ ਨਹੀਂ ਹੈ ਕਿਸੇ ਵੀ ਰੂਪ ਦੀ। ਤੋ ਜਿਹੜੇ ਰੱਬ ਦੇ ਪਿਆਰਿਆਂ ਦੇ ਜੀਵਨ ਦੇ ਅੰਦਰ ਇਹ ਵਰਤਦਾ ਹੈ ਸਭ ਕੁਝ, ਧਨ ਸੇਵਾ ਸੇਵਕ ਪ੍ਰਵਾਨ। ਸਾਹਿਬ ਕਹਿੰਦੇ ਉਹ ਸੇਵਾ ਧਨ ਹੈ ਤੇ ਸੇਵਕ ਪ੍ਰਵਾਨ ਹੈ ਜਿਹੜਾ ਐਸੀ ਸੇਵਾ ਕਰ ਲੈਂਦਾ ਪਕੜ ਤੋਂ ਰਹਿਤ। ਅੰਤਰਜਾਮੀ ਪੁਰਖ ਪ੍ਰਧਾਨ, ਫਿਰ ਜਿਹੜਾ ਅੰਤਰਜਾਮੀ ਪੁਰਖ ਵਿਆਪਕ ਪ੍ਰਧਾਨ ਸ੍ਰੇਸ਼ਟ, ਜਿਹਦੇ ਜੀਵਨ 'ਚ ਏਡੀ ਵੱਡੀ ਕਲਾ ਵਰਤੀ ਹੋਏ, ਸਤਿਗੁਰ ਕਹਿੰਦੇ ਫਿਰ ਉਹ ਸੇਵਕ ਵੀ ਬੜਾ ਕਲਾਵਾਨ, ਬਹੁਤ ਕੁਝ। ਫਿਰ ਮਾਲਕ ਕਦੇ ਕਦੇ ਉਸ ਸੇਵਕ ਦੇ ਵਿੱਚੋਂ ਕੋਈ ਕਲਾ ਵਰਤਾ ਦਿੰਦਾ। ਸੇਵਕ ਕਹਿੰਦਾ ਮੈਨੂੰ ਤੇ ਪਤਾ ਹੀ ਨਹੀਂ ਲੱਗਾ। ਕਿਸੇ ਨੇ ਥਾਪੀ ਦਿੱਤੀ ਬਾਬਾ ਬਚਿੱਤਰ ਸਿੰਘ, ਮਧਰਾਜਾ ਕੱਦ, ਦੂਜੇ ਪਾਸੇ ਕੇਸਰੀ ਚੰਦ, ਕਿਰਪਾਲ ਚੰਦ ਕਟੋਚੀਆ, ਕਿੰਨੇ ਆਏ, ਅਜਮੇਰ ਚੰਦ ਆਇਆ। ਉਸ ਇੱਕ ਪਾਸੇ ਮਸਤ ਹਾਥੀ ਨੇ, ਇੱਕ ਪਾਸੇ ਗੁਰੂ ਕੋਲੋਂ ਬਖਸ਼ਿਸ਼ ਹੋਈ ਨਾਗਨੀ ਹੈ, ਤੇ ਬਾਬਾ ਬਚਿੱਤਰ ਸਿੰਘ, ਭਾਈ ਸਾਹਿਬ ਭਾਈ ਮਨੀ ਸਿੰਘ ਦੇ ਸਪੁੱਤਰ ਭਾਈ ਬਚਿੱਤਰ ਸਿੰਘ, ਤੇ ਮਧਰਾਜਾ ਕੱਦ ਸਿੰਘ। ਤੇ ਜਦੋਂ ਹਾਥੀ ਨੂੰ ਮਾਰਿਆ, ਵਾਪਸ ਮੁੜਿਆ ਨਾ, ਪਹਾੜੀ ਭੱਜ ਤੁਰੇ, ਥਾਪੀ ਦਿੱਤੀ ਕਿਸੇ ਨੇ, ਬਚਿੱਤਰ ਸਿਆਂ ਕਮਾਲ ਹੀ ਕਰਦੀ ਹੈ, ਮਧਰਾਜਾ ਕੱਢ ਇੱਡੀ ਵੱਡੀ ਕਲਾ ਵਰਤਾਈ ਹੈ। ਬਾਬਾ ਬਚਿੱਤਰ ਸਿੰਘ ਕਹਿਣ ਲੱਗੇ ਤੁਸੀਂ ਮੇਰਾ ਸਰੀਰ ਬਰਛੀ ਵੇਖੀ ਹੈ, ਪਰ ਪਿੱਛੇ ਗੁਰੂ ਦਾ ਥਾਪੜਾ ਨਹੀਂ ਵੇਖਿਆ, ਉਹ ਨਹੀਂ ਦਿਸਿਆ ਉਹਨੂੰ। ਇਹ ਵਰਤਿਆ ਸਭ ਕੁਝ ਉਹਦੇ ਕਰਕੇ, ਨਹੀਂ ਤੇ ਸਰੀਰਾਂ ਦੀ ਗੱਲ ਨਹੀਂ ਹੈ। ਮੈਂ ਕਈ ਵਾਰ ਬੇਨਤੀ ਕਰਦਾ, ਇਤਿਹਾਸ ਸਰੀਰਾਂ ਦੀ ਗੱਲ ਨਹੀਂ ਹੈ, ਸਰੀਰਾਂ ਦੇ ਪਿੱਛੇ ਕੁਝ ਕਲਾ ਵਰਤੀ ਹੈ ਤਾਂ ਹੀ ਵਰਤੀ, ਨਹੀਂ ਤੇ ਸਰੀਰ ਤੇ ਮੇਰੇ ਵਰਗੇ ਕੋ ਵੀ 6 ਫੁੱਟ ਦਾ ਹੈਗਾ। ਗੱਲ ਸਰੀਰਾਂ ਦੀ ਨਹੀਂ ਹੁੰਦੀ, ਗੱਲ ਉਹਦੇ ਪਿੱਛੇ ਕਲਾ ਹੈ, ਉਹਦੇ ਪਿੱਛੇ ਓਜ਼, ਉਹ ਨਾ ਦਿਸਣ ਵਾਲਾ ਵਾਪਰਦਾ ਸਭ ਕੁਝ। ਤੇ ਬਾਬਾ ਬਚਿੱਤਰ ਸਿੰਘ ਜੀ ਕਹਿਣ ਲੱਗੇ ਵੀ ਤੁਹਾਨੂੰ ਦਿਸਿਆ ਹੋਏਗਾ ਮੈਂ ਬਰਛੀ ਚਲਾਉਂਦਾ, ਪਰ ਉਹਦੇ ਪਿੱਛੇ ਜਿਹੜੀ ਕਲਾ ਗੁਰੂ ਕਲਗੀਧਰ ਦੀ ਵਰਤੀ ਉਹ ਮੈਂ ਮਹਿਸੂਸ ਕੀਤੀ, ਤਾਂ ਹੀ ਹੋਇਆ। ਸਰੀਰਾਂ ਦੇ ਵੱਸ ਦੀ ਗੱਲ ਨਹੀਂ। ਸਿੱਖ ਇਤਿਹਾਸ ਸਰੀਰਾਂ ਦਾ ਇਤਿਹਾਸ ਨਹੀਂ ਹੈ ਕਦੇ ਵੀ। ਸਰੀਰਾਂ ਕੋਲ ਤਾਕਤ ਨਹੀਂ ਹੁੰਦੀ ਬਹੁਤੀ। ਆਪਾਂ ਤੇ ਇੱਕ ਡੰਗ ਦੀ ਰੋਟੀ ਨਾ ਮਿਲੇ ਤੜਫ ਜਾਂਦੇ ਹਾਂ। ਤੋ ਸੇਵਕ ਦੀ ਸੇਵਾ ਵੀ ਕਿਉਂਕਿ ਉਹਦੇ ਪਿੱਛੇ ਵਰਤਿਆ, ਤੇ ਸੇਵਕ ਦੇ ਰਾਹੀਂ ਮਾਲਕ ਬੜਾ ਕੁਝ ਵਰਤਾ ਦਿੰਦਾ ਹੈ, ਤੇ ਦੁਨੀਆ ਸਮਝਦੀ ਹੈ ਤਾਂ ਹੀ ਰੱਬ ਦਾ ਪਿਆਰਾ ਆਪਣੇ ਆਪ ਨੂੰ ਪਿੱਛੇ ਰੱਖਦਾ ਕਿ ਕਦੇ ਦੁਨੀਆ ਮੈਨੂੰ ਨਾ ਪਕੜ ਲੈ, ਮੇਰੀ ਸੇਵਾ 'ਚ ਹੀ ਨਾ ਲੱਗ ਜਾਏ। ਉਹ ਲੁਕੋ ਕੇ ਰੱਖਦਾ ਆਪਣੇ ਆਪ ਨੂੰ। ਤੋ ਸਾਹਿਬ ਕਹਿੰਦੇ ਪ੍ਰਵਾਨ ਹੈ ਉਹ ਰੱਬ ਦਾ ਪਿਆਰਾ, ਅੰਤਰਜਾਮੀ ਪੁਰਖ ਪ੍ਰਧਾਨ, ਜਿਹਦੇ ਪਿੱਛੇ ਕਲਾ ਵਰਤਰੀ ਜਿਹੜੀ ਦਿਸਦੀ ਨਹੀਂ, ਜਿਹਦੇ ਕਰਕੇ ਕੋਈ ਸੇਵਕ ਬਣਦਾ ਹੈ ਤੇ ਉਹਦੀ ਸੇਵਾ ਪ੍ਰਵਾਨ ਹੁੰਦੀ। ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਕੈ ਨਿਕਟ ਨਾ ਆਵਤ ਕਾਲ। ਜਿਸ ਮਨ ਵਸੈ, ਜਿਹਦੇ ਮਨ 'ਚ ਵਸ ਜਾਏ, ਬੜਾ ਬਰੀਕ ਵਿਸ਼ਾ ਸਨ। ਤਨ ਬੜਾ ਬਾਹਰੀ ਵਿਸ਼ਾ, ਇਹਦੀਆਂ ਖਬਰਾਂ, ਇਹਦਾ ਸੁਭਾਅ ਪਤਾ ਹੈ ਸਾਨੂੰ, ਮਨ ਦਾ ਨਹੀਂ ਪਤਾ ਹੁੰਦਾ। ਕੋਈ ਗੁਰਮੁਖ ਹੈ ਪਹਿਲੋਂ ਮਨ ਨੂੰ ਸਮਝਣਾ ਪੈਂਦਾ ਹੈ। ਜੇ ਆਪਾਂ ਕਹਿੰਦੇ ਮਨ ਨਹੀਂ ਟਿਕਦਾ, ਪਹਿਲੋਂ ਇਹ ਤੇ ਪਤਾ ਲੱਗੇ ਮਨ ਹੈ ਕੀ, ਇਹਦਾ ਸੁਭਾਅ ਕੀ ਹੈ, ਪਹਿਲੋਂ ਪਤਾ ਹੋਏ ਨਾ ਫੇਰ ਹੀ
ਆਪਾਂ ਕਹੀ ਜਾਂਦੇ ਹਾਂ ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ, ਪਰ ਮਨ ਕੀ ਇਹ ਪਤਾ ਨਹੀਂ। ਤੋ ਜਿਹੜਾ ਸਰੀਰ ਇੱਕ ਬਾਹਰੀ ਹੈ ਉਹ ਬੜਾ ਸੌਖਾ ਹੈ। ਸਰੀਰ ਦੇ ਮੈਂ ਕਹਿੰਦਾ ਕਰਮ ਬਦਲਨੇ ਸੌਖੇ ਨੇ ਬਾਹਰੋਂ, ਪਰ ਮਨ ਨਹੀਂ ਕਈ ਵਾਰ ਬਦਲਦਾ। ਬੰਦਾ ਤੀਰਥਾਂ ਤੇ ਜਾ ਕੇ ਵੀ, ਜਿਹਨੂੰ ਬਾਣੀ ਨੇ ਕਿਹਾ ਪਾਪ ਕਰੈ ਪੰਚਾਂ ਕੇ ਬਸਰੇ, ਤੀਰਥ ਨਾਏ ਕਹੈ ਸਭ ਉਤਰੈ, ਬਹੁਰ ਕਮਾਵੈ ਹੋਏ ਨਿਸੰਕ, ਜੰਪੁਰ ਬਾਂਧ ਖਰੇ ਕਲੰਕ। ਨਹੀਂ ਤੇ ਉਹ ਵੀ ਬੰਦਾ ਧੰਦਾ ਬਣਾ ਲੈਂਦਾ। ਇੰਡੀਆ ਚੋਂ ਚੀਜ਼ਾਂ ਖਰੀਦੀਆਂ, ਵੀਜ਼ਾ ਲਵਾਇਆ, ਨਾਲੇ ਪਾਕਿਸਤਾਨ ਕਿਹਾ ਜੇ ਮੈਂ ਦਰਸ਼ਨ ਨੂੰ ਚੱਲਿਆ, ਉੱਥੇ ਵੇਚੀਆਂ, ਉੱਥੋਂ ਚੀਜ਼ਾਂ ਲਈਆਂ ਤੇ ਇੱਥੇ ਵੇਚੀਆਂ। ਲੋਕਾਂ ਭਾਣੇ ਵੀ ਦਰਸ਼ਨ ਨੂੰ ਜਾ ਰਿਹਾ, ਪਿੱਛੇ ਧੰਦਾ ਚੱਲ ਰਿਹਾ, ਉਹ ਚੱਲ ਰਿਹਾ ਹੁੰਦਾ ਬਹੁਤ ਵਾਰ। ਸੋ ਮਸਲਾ ਤਨ ਨੂੰ ਇੱਕ ਥਾਂ ਤੋਂ ਦੂਜੇ ਥਾਂ ਬਦਲਣ ਦੀ ਗੱਲ ਨਹੀਂ ਹੈ, ਮਸਲਾ ਹੈ ਮਨ ਦੇ ਬਦਲਣ ਦਾ। ਮਸਲਾ ਹੈ ਇਹਦੇ 'ਚ ਉਹ ਵਰਤ ਜਾਏ। ਤਨ 'ਚ ਤੇ ਵਰਤ ਹੀ ਰਿਹਾ, ਕੋਈ ਐਸਾ ਤਨ ਨਹੀਂ ਜਿਹਦੇ 'ਚ ਰੱਬ ਨਾ ਹੋਏ, ਰੱਬ ਦੀ ਮਰਿਆਦਾ ਨਾ ਹੋਏ। ਕੋਈ ਭਾਗਾਂ ਵਾਲਾ ਮਨ ਹੈ ਜਿਹਦੇ 'ਚ ਉਹਦੀ ਯਾਦ ਹੋਏਗੀ, ਉਹਦਾ ਵਿਚਾਰ ਹੋਏਗਾ। ਤੋ ਜਿਹੜਾ ਸਤਿਗੁਰ ਕਹਿੰਦੇ ਉਹਨੂੰ ਨਾਲ ਲੈ ਕੇ ਤੁਰਦਾ, ਜਿਸ ਮਨ ਵਸੈ ਸੋ ਹੋਤ ਨਿਹਾਲ, ਤਾਕੈ ਨਿਕਟ ਨਾ ਆਵਤ ਕਾਲ। ਕਾਲ ਉਹਦੇ ਲਾਗੇ। ਕਾਲ ਦਾ ਇੱਥੇ ਦੋ ਅਰਥ ਨੇ, ਇੱਕ ਮੌਤ, ਇੱਥੇ ਕਾਲ ਦਾ ਅਰਥ ਹੈ ਆਤਮਿਕ ਮੌਤ। ਉਹ ਅੰਦਰ ਤੋਂ ਆਤਮਿਕ ਮੌਤੇ ਨਹੀਂ ਮਰਦਾ, ਉਹਦੇ ਅੰਦਰੋਂ ਆਨੰਦ, ਖੇੜਾ, ਖੁਸ਼ੀ, ਯਾਦ, ਰੱਬੀ ਬਰਕਤਾਂ ਨਹੀਂ ਕਦੇ ਮੁੱਕਦੀਆਂ। ਤੋ ਸਾਹਿਬ ਜੀ ਆਖਦੇ ਨੇ ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਅਮਰ ਦਾ ਅਰਥ ਹੈ ਮੌਤ ਤੋਂ ਰਹਿਤ ਅਵਸਥਾ, ਜਿੱਥੇ ਮੌਤ ਨਹੀਂ ਕਦੇ ਵਿਆਪਰਦੀ ਹੈ ਇਹ ਅਵਸਥਾ। ਰੱਬ ਦੇ ਪਿਆਰਿਆਂ ਨੇ ਹਾਂ ਸਰੀਰ 'ਚ ਰਹਿੰਦੇ ਹੀ ਅਵਸਥਾ ਪ੍ਰਾਪਤ ਕਰ ਲਈ, ਫਿਰ ਸਰੀਰ ਨਹੀਂ ਰਹੇ, ਅਮਰ ਫਿਰ ਵੀ ਉਹ ਰਹਿ ਗਏ, ਉਹਨਾਂ ਦੇ ਵਜੂਦ ਰਹਿ ਗਏ। ਜਿਨ੍ਹਾਂ ਨੂੰ ਜੀਣਾ ਆ ਗਿਆ ਨਾ ਆਤਮਿਕ ਜੀਵਨ, ਮੈਂ ਕਹਿੰਦਾ ਉਹਨਾਂ ਦੀਆਂ ਮੜੀਆਂ 'ਤੇ ਵੀ ਮੇਲੇ ਲੱਗਦੇ ਨੇ, ਮਾਫ ਕਰਨ। ਸਰੀਰ ਨਹੀਂ ਰਹੇ, ਚਲੋ ਬਾਬੇ ਸ਼ਹੀਦ ਹੋਏ ਸਾਡੇ, ਉਹ ਨੀਹਾਂ ਨੇ, ਲੱਖਾਂ ਦੇ ਸਮੂਹ ਦੇ ਵਿੱਚ ਸੰਗਤ ਆਉਂਦੀ ਹੈ, ਕੀ ਲੱਭਣ ਆਉਂਦੀ ਹੈ? ਉੱਥੋਂ ਉਹ ਅਮਰ ਪਦਵੀ ਲੱਭਣ ਆਉਂਦੀ ਹੈ ਜਿਹੜੀ ਉਹਨਾਂ ਨੇ ਪ੍ਰਾਪਤ ਕੀਤੀ ਹੈ। ਉਹ ਰੱਬ ਦੇ ਗੁਰੂ ਕੇ ਪਿਆਰੇ ਸਾਨੂੰ ਜਿਉਣਾ ਵੀ ਸਿਖਾ ਗਏ, ਮਰਨਾ ਵੀ ਸਿਖਾ ਗਏ, ਦੋਨੋਂ ਦਾਤਾਂ ਬਖਸ਼ਿਸ਼ ਕਰ ਦਿੱਤੀਆਂ। ਸਾਨੂੰ ਜਿਉਣਾ ਵੀ ਨਹੀਂ ਆਇਆ, ਮਰਨਾ ਵੀ ਨਹੀਂ ਆਇਆ। ਤੋ ਸਾਹਿਬ ਆਖਦੇ ਅਮਰ ਭਏ ਅਮਰਾ ਪਦ ਪਾਇਆ, ਐਸੀ ਬਹੁਤ ਉੱਚੀ ਅਵਸਥਾ ਅਮਰਾ ਪਦ, ਉਹ ਅਵਸਥਾ ਜਿੱਥੇ ਕਾਲ ਨਹੀਂ ਛੂੰਦਾ, ਚਿੰਤਾ ਨਹੀਂ ਛੂੰਦੀ। ਸਾਧ ਸੰਗ ਨਾਨਕ ਹਰ ਧਿਆਇਆ, ਜਿੱਥੇ ਸਾਧ ਦੇ ਸੰਗ ਕਰਕੇ, ਬਾਣੀ 'ਚ ਸਾਧ ਗੁਰੂ ਨੂੰ ਵੀ ਕਿਹਾ, ਇੱਕ ਵਚਨ ਸਾਧ ਜਦੋਂ ਕਵਾਂਗੇ ਗੁਰੂ ਦੀ ਗੱਲ ਹੈ, ਬਹੁ ਵਚਨ ਸਾਧ ਸੰਗ ਕਰਾਂਗੇ ਸੰਗਤ ਦੀ ਗੱਲ ਹੈ। ਇਸੇ ਤਰ੍ਹਾਂ ਇੱਕ ਵਚਨ ਸੰਤ, ਜਿਵੇਂ ਅਗਲੇ ਸ਼ਲੋਕ ਵਿੱਚ ਸਾਹਿਬ ਜੀ ਨੇ ਸੰਤ ਦੀ ਗੱਲ ਕੀਤੀ ਹੈ। ਇੱਕ ਵਚਨ ਸੰਤ ਗੁਰੂ ਵਾਸਤੇ ਆਉਂਦਾ ਹੈ, ਬਹੁ ਵਚਨ ਸਤਸੰਗੀ ਜਨਾਂ ਵਾਸਤੇ ਆਉਂਦਾ ਹੈ। ਬੜੇ ਨਿਰਮਲ ਅਛੋ ਇਹ ਸ਼ਬਦ ਨੇ, ਸਾਧ ਸੰਤ ਭਾਈ। ਉਹ ਤੇ ਮੇਰੇ ਵਰਗਿਆਂ ਵਾਸਤੇ ਹੀ ਰਹਿ ਗਿਆ ਨਾ ਭਾਈ, ਪਰ ਗੁਰੂ ਕਹਿੰਦੇ ਨੇ ਮੇਰਾ ਭਾਈ ਹੈ, ਭਾਈ ਮਰਦਾਨਾ। ਭਾਈ ਇੱਕ ਪਦਵੀ ਹੈ, ਮੈਂ ਕਹਿੰਦਾ ਬਾਕੀ ਪਦਵੀਆਂ ਝੂਠੀਆਂ ਨੇ ਇਹਦੇ ਅੱਗੇ ਸਭ। ਤੇ ਆਪਾਂ ਭਾਈ ਬਸ ਗੁਰਦੁਆਰੇ ਦਾ ਸੇਵਾਦਾਰ ਭਾਈ, ਬਸ ਆਪਾਂ ਸੋਚਦੇ ਪਏ ਦੀ ਸ਼ਬਦ ਦੀ ਕੀਮਤ ਹੀ ਕੋਈ ਨਹੀਂ। ਤਾਂ ਹੀ ਅਸੀਂ ਆਪਣੇ ਨਾਮ ਨਾਲ ਨਹੀਂ ਨਾ ਲਵਾਉਂਦੇ, ਕਿਉਂਕਿ ਸਾਨੂੰ ਸ਼ਬਦ ਛੋਟਾ ਲੱਗਦਾ, ਪਰ ਬਹੁਤ ਵੱਡੀ ਪਦਵੀ ਹੈ ਭਾਈ। ਭਾਈ ਮਰਦਾਨਾ ਜੀ, ਭਾਈ ਗੁਰਦਾਸ ਜੀ, ਭਾਵੇਂ ਮਾਮਾ ਜੀ ਲੱਗਦੇ ਨੇ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ, ਪਰ ਗੁਰੂ ਅਰਜੁਨ ਦੇਵ ਜੀ ਕਹਿੰਦੇ ਨੇ ਭਾਈ ਹੈ, ਭਾਈ ਗੁਰਦਾਸ। ਚਲੋ ਗੁਰਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਨੇ ਰਲਾ ਰਲਾ ਨਾ ਵਿੱਚ ਤਰੀਏ, ਉਹਨਾਂ ਨੇ ਭਾਈ ਕਿਹਾ। ਬੜੀ ਪਿਆਰੀ ਪਦਵੀ ਹੈ ਭਾਈ ਦੀ, ਸਾਧ ਦੀ, ਸੰਤ ਦੀ, ਗੁਰਮੁਖ ਦੀ, ਜਨ ਦੀ, ਸੇਵਕ ਦੀ। ਗੁਰੂ ਕਿਰਪਾ ਕਰਨ ਸਾਨੂੰ ਥੋੜ੍ਹੀ ਬਹੁਤ ਛੋਹ ਸਾਨੂੰ ਸਭਨਾਂ ਨੂੰ ਮਿਲ